ਸਾਹਿਬ ਜੀ ਮੰਗੋ ਦਾਨ ਠਾਕੁਰ ਨਾਮ। ਅਬਰ ਕਛੂ ਮੇਰੇ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਮ। ਅਬਰ ਕਛੂ ਮੇਰੇ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣ ਗਾਨ। ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ। ਜਲ ਕੀ ਮਾਛੁਲੀ ਕਰੈ ਖਜੂਰ। ਕਾਹੇ ਰੇ ਬਕਵਾਦ ਲਗਾਇਓ, ਜਿਨ ਹਰ ਪਾਇਓ ਤਿਨਹਿ ਛੁਪਾਇਓ। ਜਬ ਲਉ ਨਹੀਂ ਭਾਗ ਲਿਲਾਰਿ ਉਦੈ, ਤਬ ਲਉ ਭ੍ਰਮਤੇ ਫਿਰਤੇ ਬਹੁ ਧਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਤੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰਿਅਹ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਪਰਮ ਸਨਮਾਨਯੋਗ ਸਤਸੰਗੀ ਜਨੋ, ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਾਹਿਬ ਜੀ ਨੇ ਜਿੱਥੇ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਆਸਾ ਕੀ ਵਾਰ ਰੂਪ ਕੀਰਤਨ ਸਰਵਣ ਕਰਨ ਦਾ ਸੁਭਾਗ ਬਖਸ਼ਿਆ, ਉੱਥੇ ਸੁਨ ਮਨ ਅਕਤ ਕਥਾ ਹਰ ਨਾਮ, ਰਿੱਧ ਬੁੱਧ ਸਿੱਧ ਸੁਖ ਪਾਵਹਿ ਭਜ ਗੁਰਮਤਿ ਹਰ ਰਾਮ ਰਾਮ। ਜਿੱਥੇ ਕੀਰਤਨ ਸੁਣਿਆ ਉੱਥੇ ਸਤਿਗੁਰ ਜੀ ਦੀ ਕਥਾ ਦੇ ਵਿੱਚ ਆਪ ਜੁੜੇ ਹੋ, ਔਰ ਇਹ ਕਥਾ ਸਿਮਰਨ ਬਣ ਜਾਏ, ਇਹ ਕਥਾ ਗੁਰੂ ਦਾ ਚੇਤਾ ਬਣ ਜਾਏ। ਇਸ ਅਰਦਾਸ ਵਿੱਚ ਜੁੜ ਕੇ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਜਿਹੜਾ ਸ਼ਬਦ ਅੱਜ ਦਰ ਤੇ ਆਉਣ ਵਾਲਿਆਂ ਦੀ ਝੋਲੀ ਪਿਆ ਹੈ, ਟੋਡੀ ਰਾਗ ਹੈ, ਔਰ ਸਾਰੇ ਸ਼ਬਦ ਦਾ ਅੰਤਰੀ ਭਾਵ ਹੀ ਗੁਰੂ ਸ਼ਬਦ ਦੇ ਵਿੱਚ ਚਰਨ ਲਾਉਣ ਦਾ, ਭਾਵ ਚਰਨ ਗੁਰ ਸ਼ਬਦ ਨੇ, ਉਹਨਾਂ ਚਰਨਾਂ ਨੂੰ ਘੁੱਟ ਕੇ ਫੜਨ ਦਾ, ਉਹਦੇ ਵਿੱਚ ਧਿਆਨ ਲਾਉਣ ਦਾ, ਭਾਵੇਂ ਕੀਰਤਨ ਰੂਪੀ, ਕਥਾ ਰੂਪੀ, ਪਾਠ ਰੂਪੀ, ਕਿੱਥੇ ਇੱਕ ਖਿੰਨ ਮਨ ਟਿਕ ਜਾਏ। ਤੇ ਜਿਹਦਾ ਮਨ ਟਿਕ ਗਿਆ, ਸਤਿਗੁਰ ਕਹਿੰਦੇ ਫਿਰ ਉਹਦੇ ਪਾਪ ਪੁੰਨ ਲੇਵਾ ਦੇਵੀ ਆਵਾ ਗਵਨ, ਉੱਚਾ ਨੀਚਾ ਕਾਰਜ ਕੋਈ ਵੀ ਹੈ, ਕਿਰਤ ਕੋਈ ਵੀ ਹੈ, ਕਿੰਨੇ ਕੁ ਜਨਮ ਨੇ, ਸਭ ਸਤਿਗੁਰ ਜੀ ਕਹਿੰਦੇ ਸਭ ਲੇਖੇ ਜੋਖੇ ਸੜ ਜਾਂਦੇ ਨੇ। ਬਸ ਉਹ ਇੱਕ ਨੂੰ ਧਿਆ ਕੇ ਇੱਕ ਹੁੰਦਾ ਹੈ, ਤੇ ਫਿਰ ਸਤਿਗੁਰ ਜੀ ਕਹਿੰਦੇ ਉਹਦਾ ਕੁਛ ਵਿਚਾਰਿਆ ਨਹੀਂ ਜਾਂਦਾ। ਇਹ ਬਹੁਤ ਉੱਤਮ ਅਵਸਥਾ ਹੈ, ਇਹਦੀ ਵਿਚਾਰ ਕਰੀਏ। ਆਪ ਅਸੀਸ ਬਖਸ਼ੋ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਰਹਾਉ, ਪਹਿਲੀ ਤੁਕ ਰਹਾਉ ਦੀ ਹੈ। ਸਤਿਗੁਰ ਜੀ ਕਹਿੰਦੇ ਹੈ
ਕਿ ਪ੍ਰਭੂ ਦੇ ਚਰਨ ਹਿਰਦੈ, ਹਿਰਦੈ ਦਾ ਮਤਲਬ ਹਿਰਦਾ, ਇਹਦੇ ਅੰਦਰ ਧਾਰੇ ਜਾਣ। ਹੁਣ ਲਫ਼ਜ਼ ਹਿਰਦਾ ਵਰਤਿਆ, ਪਰ ਹਿਰਦਾ ਸੱਚੀ ਮੁੱਚੀ ਇਹ ਹਿਰਦਾ ਨਹੀਂ ਹੁੰਦਾ। ਹਿਰਦਾ ਲਫ਼ਜ਼, ਹਿਰਦਾ ਲਫ਼ਜ਼, ਅੰਤਰ ਲਫ਼ਜ਼, ਅੰਤਸ਼ਕਰਨ ਲਫ਼ਜ਼ ਇਹ ਸੁਰਤ ਲਈ ਵਰਤਿਆ ਗਿਆ ਹੈ ਕਿ ਸਾਡੀ ਸੁਰਤ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਏ। ਪਰ ਇਹ ਸ਼ਬਦ ਜਿਹੜਾ ਪਰਸੋਂ ਜ਼ਿਕਰ ਕੀਤਾ ਸੀ ਕਬੀਰ ਸਾਹਿਬ ਦਾ, 4 ਪਦੇ ਸਲੋਕ ਦੇ, ਕਿ ਇਹ ਇਵੇਂ ਨਾ ਹੋਏ ਕਿ ਮਨੁੱਖ ਆਪਣੀ ਸਿਆਣਪ ਜਾਂ ਆਪਣੀ ਮੱਤ ਕਰਕੇ ਲੋਕਾਂ ਨੂੰ ਆਪਣੀ ਨਿਵਾਣ ਬਿਰਤੀ ਦਿਖਾਉਣ ਵਾਸਤੇ ਕਈ ਤਰ੍ਹਾਂ ਦੇ ਸ਼ਿੰਗਾਰ ਕਰੇ। ਜ਼ੁਬਾਨ ਦਾ ਸ਼ਿੰਗਾਰ, ਕਲਾ ਦਾ ਸ਼ਿੰਗਾਰ, ਆਪਣੇ ਅੰਦਰ ਉੱਠਣਾ ਬੈਠਣਾ, ਦੂਜਿਆਂ ਦੀ ਸੇਵਾ। ਪਰ ਸਤਿਗੁਰੂ ਜੀ ਕਹਿੰਦੇ ਜੇ ਇਹ ਵੀ ਕਰਨਾ ਹੈ ਨਾ, ਇਹਦੇ ਵਿੱਚ ਸਿਆਣਪ ਨਾ ਹੋਏ। ਜੇ ਸੇਵਾ ਵੀ ਕਰਨੀ ਹੈ ਕਿਸੇ ਦੀ, ਸੇਵਾ ਕਰਤ ਹੋਏ ਨੇਹ ਕਾਮੀ। ਇਹ ਵੀ ਕਾਮਨਾ ਨਾ ਹੋਏ ਕਿ ਅਗਲੇ ਨੂੰ ਮੈਂ ਇਹ ਦਿਖਾਵਾਂ ਕਿ ਮੇਰਾ ਸੁਭਾਅ ਬਹੁਤ ਨਿਮਾਣਾ ਵਾਲਾ। ਨਹੀਂ, ਇਹ ਵੀ ਸਤਿਗੁਰ ਕਹਿੰਦੇ ਸਿਆਣਪ ਦੀ ਹਉਮੈ ਆ ਗਈ। ਜੇ ਨੇਹ ਕਾਮਨਾ ਆ ਗਈ, ਸੇਵਾ ਕਰਤ ਹੋਏ ਨੇਹ ਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਪ੍ਰਭੂ ਦੀ ਪ੍ਰਾਪਤੀ ਇੱਥੇ ਹੈ। ਪਰ ਸੇਵਾ ਇਸ ਰੂਪ ਦੇ ਵਿੱਚ ਕੀਤੀ ਨਹੀਂ, ਦੁਨੀਆ ਨੂੰ ਇਉਂ ਦਰਸਾਇਆ ਕਿ ਜਿਸ ਤਰ੍ਹਾਂ ਮੈਂ ਬ੍ਰਹਮ ਗਿਆਨੀ ਹੋ ਗਿਆ। ਸੇਵਾ ਥੋਰੀ ਮੰਗਨ ਬਹੁਤਾ, ਮਹਿਲ ਨਾ ਪਾਵੈ ਕਹਿ ਤੋ ਪਹੁਤਾ। ਪਹੁਤਾ ਦਾ ਮਤਲਬ ਹੈ ਕਿ ਉਹ ਬੰਦਾ ਇਉਂ ਪ੍ਰਤੀਤ ਕਰਾਏਗਾ ਮੈਂ ਪਹੁੰਚ ਗਿਆ, ਮੈਂ ਪਹੁੰਚ ਗਿਆ, ਮੈਂ ਬਹੁਤ ਪਹੁੰਚਿਆ ਹੋਇਆ। ਤੂੰ ਕੌਣ ਹੈ? ਤੂੰ ਕੌਣ ਹੈ? ਮਹਿਲ ਨਾ ਪਾਵੈ, ਮਹਿਲ ਦੀ ਸਮਝ ਨਹੀਂ, ਉਸ ਪ੍ਰਭੂ ਦੇ ਦਰ ਦੀ, ਘਰ ਦੀ ਸੂਝ ਨਹੀਂ। ਕਹਿ ਤੋ ਪਹੁਤਾ, ਉਹ ਕਹੇਗਾ ਮੈਂ ਪਹੁੰਚ ਗਿਆ, ਤੇ ਬੰਦੇ ਵੀ ਰੱਖੇਗਾ ਆਲੇ ਦੁਆਲੇ, ਚੇਲੇ ਚਪਾਟੇ। ਵਾਹ ਜੀ ਵਾਹ, ਸੰਤ ਜੀ, ਸਾਧ ਜੀ, ਇਹ ਤੇ ਬ੍ਰਹਮ ਗਿਆਨੀ ਨੇ, ਇਹ ਤੇ ਪਹੁੰਚੇ ਹੋਏ ਨੇ। ਸਤਿਗੁਰ ਕਹਿੰਦੇ ਇਹ ਤੇ ਹੈ ਨਹੀਂ, ਇਹ ਤੇ ਸਿਰਫ ਉਹ ਕਬੀਰ ਸਾਹਿਬ ਦੇ 4 ਸਲੋਕਾਂ ਵਾਲੀ ਗੱਲ ਹੋ ਗਈ। ਰੋੜਾ ਹੋਇਰੋ ਬਾਟਤਾ, ਕਿਉਂਕਿ ਦਾਸ ਨੇ ਇਹ ਬੇਨਤੀ ਕੀਤੀ ਸੀ, ਤੇ ਇਹ ਸ਼ਬਦ, ਇਹ 4 ਸਲੋਕਾਂ ਦੀ ਵਿਚਾਰ ਕਰਨੀ ਲੋੜੀਂਦੀ ਹੈ। ਰੋੜਾ ਹੋਇਰੋ ਬਾਟ ਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਸਿਆਣਪ ਹੈ ਨਾ ਕਿ ਮੈਂ ਰੋੜਾ ਬਣ ਜਾ। ਪੱਥਰ ਦੇ ਵਿੱਚ ਗੁਣ ਹੈ ਕਿ ਜੇ ਕੋਈ ਠੇਡਾ ਮਾਰੇ ਤੇ ਉਹ ਉਸੇ ਪਾਸੇ ਚਲਾ ਜਾਂਦਾ, ਵਿਰੋਧ ਨਹੀਂ ਕਰਦਾ। ਪਰ ਇੱਕ ਅਵਗੁਣ ਇਹ ਹੈ ਕਿ ਜੁੱਤੀ ਪਾ ਕੇ ਕੋਈ ਸ਼ਾਹੂਕਾਰ, ਕੋਈ ਵੱਡਾ ਆਏਗਾ, ਉਹਦੀ ਠੇਡੜ ਖਾ ਕੇ ਤੇ ਉਹ ਅੱਗਾਂ ਪਿਛਾਂ ਹੋ ਜਾਏਗਾ, ਪਰ ਕੋਈ ਗਰੀਬੜਾ ਆ ਜਾਏਗਾ ਨੰਗੇ ਪੈਰ, ਉਹਦੇ ਪੈਰ ਨੂੰ ਤਕਲੀਫ ਦੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਕਾਹਦੀ ਨਿਮਰਤਾ ਹੋਈ, ਜਿਸ ਨਿਮਰਤਾ 'ਚ ਭੇਦਭਾਵ ਰਹਿ ਗਿਆ। ਜਿਹੜਾ ਆਪਣੇ ਤੋਂ ਤਾਕਤਵਰ ਹੈ ਉਹਦੇ ਅੱਗੇ ਸਿਰ ਝੁਕਾਤਾ, ਜਿਹੜਾ ਆਪਣੇ ਤੋਂ ਨਿਮਾਣਾ ਨਿਤਾਣਾ ਗਰੀਬੜਾ ਹੈ ਉਹਦੇ ਉੱਪਰ, ਗਰੀਬਾਂ ਉੱਪਰ ਜੇ ਖਿੰਚੈ ਦਾੜੀ, ਉਹਦੇ ਉੱਪਰ ਆਪਣਾ ਧੌਂਸ ਜਮਾਇਆ। ਕਬੀਰ ਸਾਹਿਬ ਕਹਿੰਦੇ ਫਿਰ ਤੇ ਇਹ ਸਿਆਣਪ ਹੋ ਗਈ ਨਾ। ਇਹ ਨਿਮਰਤਾ ਉਹ ਨਹੀਂ ਹੋਈ ਜਿਹੜੀ ਗੁਰੂ ਸਿਖਾ ਰਹੇ ਨੇ। रोड़ा हुए रो बाट का तज मन का अभिमान, ऐसा कोई दास होए ताहि मिले भगवान। रोड़ा हुआ तो क्या पया, पंथी को दुख दे। हुण जेड़ा रजिया पुजिया होएगा जुत्ती पाई वाला, उन्हें ते ठेडर मार दी अगे पिछे हो गया, पर जेड़ा निमाणा निताणा आ गया, गरीबड़ा आ गया, मातड़ आ गया, ਉਹਦੇ ਤੇ ਪੈਰਾਂ ਦੇ ਵਿੱਚ ਚੁੱਭ ਗਿਆ। ਹੁਣ ਇੱਥੇ क्या, कबीर रोड़ा हुआ तो क्या पया, पंथी को दुख दे। ऐसा कोई दास है जो धरन में है खे, ऐसा तेरा दास है। प्रभु ਦਾ ਦਾਸ ਉਹ ਹੈ ਜਿਹੜਾ ਧਰਤੀ ਦੇ ਉੱਤੇ ਮਿੱਟੀ ਦੀ ਤਰ੍ਹਾਂ ਹੈ। ਐਸਾ ਤੇਰਾ ਦਾਸ ਹੈ ਜੋ ਧਰਨ ਮੈਂ ਖੇ। ਹੁਣ ਖੇ ਦਾ ਸੁਭਾਅ, ਮੀਂਹ ਪਿਆ ਬਹਿ ਗਈ, ਪਰ ਜਦ ਧੁੱਪ ਲੱਗੀ ਖੇ ਨੂੰ, ਮਿੱਟੀ ਨੂੰ, ਮਾੜੀ ਜੀ ਹਵਾ ਤੁਰੀ, ਉਹੀ ਮਿੱਟੀ ਜਿਹੜੀ ਬੈਠੀ ਹੋਈ ਸੀ ਜ਼ਮੀਨ ਤੇ। ਕਿਉਂਕਿ ਸੁਭਾਅ ਸਿਆਣਪ ਇਹ ਆਈ, ਚਲੋ ਰੋੜਾ ਨਹੀਂ ਤੇ ਫਿਰ ਖੇ ਹੋ ਜਾਂਦੇ ਹੈ,
ਭਾਵੇਂ ਕੋਈ ਜੁੱਤੀ ਪਾ ਕੇ ਆਏ ਤੇ ਭਾਵੇਂ ਕੋਈ ਨੰਗੇ ਪੈਰ ਆਏ, ਖੇ ਤੇ ਖੇ ਹੀ ਹੈ, ਉਹਨੇ ਚੁੱਭਣਾ ਨਹੀਂ। ਪਰ ਕਬੀਰ ਸਾਹਿਬ ਕਹਿੰਦੇ ਖੇ ਵੀ ਇੱਕ ਅਵਗੁਣ ਰੱਖੀ ਬੈਠੀ ਹੈ। ਕਿਹੜਾ? ਬੰਦਗੀ ਕੀਤੀ, ਬਾਣੀ ਸੁਣੀ, ਕਥਾ ਸੁਣੀ, ਮੀਂਹ ਪੈ ਗਿਆ, ਖੇ ਬਹਿ ਗਈ, ਮਨ ਰੂਪੀ ਖੇ ਬਹਿ ਗਈ, ਅੰਦਰ ਅੰਮ੍ਰਿਤ ਧਾਰਾ ਹੋਣ ਲੱਗੀ, ਖੇ ਬਹਿ ਗਈ। ਗੁਰੂ ਦੀ ਸਰਦਲ ਟੱਪੀ, ਗ੍ਰਸਤ ਕੀਤਾ, ਕਾਰੋਬਾਰ ਕੀਤਾ, ਵਿਕਾਰਾਂ ਦੀ ਧੁੱਪ ਲੱਗੀ ਤੇ ਖੇ ਫਿਰ ਸੁੱਕ ਕੇ ਮਾੜੀ ਜੀ ਹਉਮੈ ਦੀ ਵਾਹ ਚਲੇਗੀ। ਉਹੀ ਖੇ ਜਿਹੜੇ ਪੈਰਾਂ ਦੇ ਥੱਲੇ ਸੀ, ਕਹਿੰਦੇ ਜੋ ਉੱਡ ਲਾਗੈ ਅੰਗ, ਉਹ ਹੁਣ ਲੋਕਾਂ ਦੇ ਸਿਰਾਂ ਦੇ ਵਿੱਚ ਜਾ ਕੇ, ਅੱਖਾਂ ਦੇ ਵਿੱਚ ਜਾ ਕੇ ਪੈਂਦੀ ਹੈ। ਨਹੀਂ, ਫਿਰ ਇਹ ਵੀ ਨਹੀਂ। ਖੇ ਹੋਈ ਤੋਂ ਕਿਆ ਭਇਆ, ਜੋ ਉੱਡ ਲਾਗੈ ਅੰਗ, ਕਹਿੰਦੇ ਇਹ ਵੀ ਉੱਡਦੀ ਹੈ, ਇਹ ਵੀ ਲੱਗਦੀ ਹੈ। ਤੇ ਫਿਰ ਕੀ ਬਣੀਏ, ਕੀ ਕਰੀਏ? ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ। ਫਿਰ ਕਹਿੰਦੇ ਹੋਰ ਥੋੜੀ ਸਿਆਣਪ ਕਰ ਲੈਂਦੇ ਆ, ਪਾਣੀ ਵਰਗਾ ਹੋ ਜਾਂਦੇ ਆ। ਠੀਕ ਹੈ, ਪਾਣੀ ਨਿਵਾਣ ਦਾ ਗੁਣ ਰੱਖਦਾ, ਨਾ ਇਹਨੇ ਉੱਡਣਾ ਨਾ ਇਹਨੇ ਪੈਣਾ, ਪਾਣੀ ਪਾਣੀ ਹੈ, ਨਿਵਾਣ ਹੈ। ਪਰ ਪਾਣੀ ਦਾ ਇੱਕ ਅਵਗੁਣ ਇਹ ਵੀ ਹੈ, ਚੁੱਲ੍ਹੇ ਉੱਤੇ ਰੱਖਤਾ ਤੇ ਤਪ ਜਾਏਗਾ, ਜੇ ਫ੍ਰਿਜ ਵਿੱਚ ਰੱਖਦਾ ਤੇ ਜੰਮ ਜਾਏਗਾ। ਜੇ ਕਿਸੇ ਨੇ ਬਹੁਤਾ ਸਤਿਕਾਰ ਕੀਤਾ ਨਾ, ਬਹੁਤੀ ਉਸਤਤ ਕੀਤੀ, ਫਿਰ ਬੰਦਾ ਜੰਮ ਜਾਂਦਾ। ਲੈ ਫਿਰ ਮੇਰੇ ਵਰਗਾ ਕੌਣ ਹੈ? ਇਹਨੂੰ ਮਹਾ ਭਿਆਨਕ ਹੈ, ਇਹਨੂੰ ਬਹੁਤ ਅਪਮਾਨ ਕਿਹਾ। ਤੇ ਜੇ ਕਿਸੇ ਨੇ ਮਾੜਾ ਬੋਲਤਾ ਨਾ, ਫਿਰ ਬੰਦਾ ਐਸਾ ਤਪਦਾ ਜਿਵੇਂ ਚੁੱਲ੍ਹੇ ਦੇ ਉੱਤੇ ਪਾਣੀ। ਮਹਾਰਾਜ ਕਹਿੰਦੇ ਪਾਣੀ ਹੁਆ ਤੋ ਕਿਆ ਪਿਆ, ਸੀਰਾ ਤਾਤਾ ਹੋਏ, ਨਾ ਰੋੜਾ ਨਾ ਖੇ ਨਾ ਪਾਣੀ। ਫਿਰ ਕਿਵੇਂ? ਕਹਿੰਦੇ ਆਪਣੀ ਸਿਆਣਪ ਤਿਆਗ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ। ਇਹ ਹੈ ਖੇਡ। ਮੈਂ ਨਹੀਂ, ਮੈਂ ਨਾਹੀਂ, ਪ੍ਰਭ ਸਭ ਕਿਛ ਤੇਰਾ। ਇਹ ਤਿੰਨੋਂ ਅਵਸਥਾਵਾਂ ਸਿਆਣਪ ਦੀਆਂ ਨੇ। ਹਰ ਹਰ ਚਰਨ ਹਿਰਦੈ ਉਰ ਧਾਰੇ, ਇਹ ਸਿਆਣਪ ਨਹੀਂ ਹੈ, ਕਿਉਂਕਿ ਮੈਂ ਧਾਰ ਲਈ, ਮੇਰੀ ਸੁਰਤ ਦੇ ਵਿੱਚ ਮੈਂ ਨਹੀਂ ਹੈ, ਮੇਰੀ ਸੁਰਤ ਦੇ ਵਿੱਚ ਪ੍ਰਭੂ ਹੈ। ਸਿਮਰ ਸੁਆਮੀ ਸਤਿਗੁਰ ਆਪਣਾ, ਮੈਂ ਆਪਣਾ ਸੱਚਾ ਸੁਆਮੀ ਸਿਮਰਿਆ। ਕਾਰਜ ਸਫਲ ਹਮਾਰੇ। ਕਿਹੜਾ ਕਾਰਜ? ਇਹ ਕਾਰਜ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ। ਰਹਾਓ ਪੁੰਨ ਦਾਨ ਪੂਜਾ ਪਰਮੇਸ਼ਵਰ, ਹਰ ਕੀਰਤ ਤਤ ਵਿਚਾਰੇ। ਗੁਣ ਗਾਵਤ ਅਤੁਲ ਸੁਖ ਪਾਇਆ, ਠਾਕੁਰ ਅਗਮ ਅਪਾਰੇ। ਬੜੀ ਕਮਾਲ ਦੀ ਤੁਕ। ਜੇ ਪੂਰੀ ਤੁਕ ਪੜਾਂਗੇ ਤੇ ਗੱਲ ਪਕੜ ਚ ਆਏਗੀ, ਅਧੂਰੀ ਤੁਕ ਨਹੀਂ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਪੁੰਨ ਕੀਤੇ, ਦਾਨ ਕੀਤੇ, ਹਰ ਤਰ੍ਹਾਂ ਦੇ ਨੇਮ ਕੀਤੇ, ਕਰਮ ਕਾਂਡ ਕੀਤੇ। ਕਿਹਦੇ ਲਈ ਕੀਤੇ? ਉਹ ਅਗਲੀ ਤੁਕ ਦੇ ਵਿੱਚ ਦੱਸਿਆ। ਸੁਖ, ਸੁਖ ਲਫ਼ਜ਼ ਆਇਆ, ਤਾਂ ਕਿ ਪੁੰਨ ਦਾਨ ਕੀਤਿਆਂ, ਮੈਂ ਇਸ ਮਾਰਗ ਤੇ ਚਲਿਆ, ਦੂਜਿਆਂ ਦਾ ਭਲਾ ਕੀਤਿਆਂ, ਇਹ ਕਰਮ ਕਾਂਡ ਕੀਤਿਆਂ, ਵਰਤ ਵੀ ਰੱਖ ਲਏ, ਬਹੁਤ ਕੁਝ ਕਰ ਲਿਆ। ਕਿਹਦੇ ਲਈ? ਮੈਨੂੰ ਸੁਖ ਮਿਲ ਜਾਏ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਸੁਖ ਇਉਂ ਨਹੀਂ ਮਿਲਣਾ। ਸੁਖ ਖਰੀਦਿਆ ਨਹੀਂ ਜਾ ਸਕਦਾ, ਸੁਖ ਕਿਸੇ ਦੇ ਵੱਟੇ ਨਹੀਂ ਮਿਲਿਆ ਜਾ ਸਕਦਾ। ਜੇ ਕੋਈ ਕਹੇ ਮੈਂ 40 ਦਿਨ ਵਰਤ ਰੱਖਾਂ ਮੈਨੂੰ ਸੁਖ ਮਿਲੇਗਾ, ਮੈਂ 40 ਦਿਨ ਇਹ ਕਾਰਜ ਕਰਾਂ, ਦੁਨੀਆ ਦੇ ਕਾਰਜ ਤੇ ਸੰਪੰਨ ਹੋ ਸਕਦੇ ਨੇ, ਪਰ ਇਹ ਜ਼ਰੂਰੀ ਨਹੀਂ ਕਿ ਸੁਖ ਮਿਲ ਜਾਏਗਾ। ਉਹ ਕਾਰਜ ਸੰਪੰਨ ਹੋਣ ਬਾਅਦ ਦੁੱਖਾਂ ਦੀ ਹੋਰ ਕਹਾਣੀ ਤੁਰ ਪੈਂਦੀ ਹੈ। ਸਿਰਫ ਇੱਕੋ ਹੀ ਗੱਲ ਕੀਤੀ। ਜੇ ਕੋਈ ਕਹੇ ਨਾ ਕਿ ਇਹ ਕਾਰਜ ਹੋ ਜਾਏ ਤੇ ਮੈਂ ਸੁਖੀ ਹੋ ਜਾਵਾਂਗਾ, ਜਾਂ ਕੁਵਾਰੀ ਤਾਂ ਚਾਓ, ਵੇਵਾਹੀ ਤਾਂ ਮਾਮਲੇ। ਕਹਿੰਦੇ ਹਰ ਇੱਕ ਕਾਰਜ ਦੇ ਅੱਗੇ ਮਾਮਲੇ ਪਏ ਹੋਏ ਨੇ। ਬੰਦਾ ਇਹ ਸੋਚਦਾ ਇਹ ਕਾਰਜ ਹੋ ਜਾਏ ਤੇ ਮੈਨੂੰ ਬੜੀ ਬੜੀ ਸਕੂਨ ਸੁੱਖ ਮਿਲੇਗਾ। ਮਹਾਰਾਜ ਕਹਿੰਦੇ ਜੇ ਇਹ ਹੋ ਵੀ ਗਿਆ ਨਾ, ਅੱਗੇ ਦੁੱਖਾਂ ਦੀ ਕਹਾਣੀ ਹੋਰ ਤੁਰ ਪੈਣੀ। ਫਿਰ ਸੁੱਖ ਹੈ ਕੀ? ਪ੍ਰਸ਼ਨ ਤੇ ਇਹ ਖੜਾ ਹੁੰਦਾ ਹੈ, ਸੁੱਖ ਕੀ ਹੈ? ਫਿਰ ਸਤਿਗੁਰ ਬੜੀ ਕਮਾਲ ਦੀ ਗੱਲ ਦੱਸਦੇ ਹੈ। ਗੁਰੂ ਸਾਹਿਬ ਕਹਿੰਦੇ ਸੁੱਖ ਇੱਕ ਜੀਵਨ ਜਾਂਚ ਹੈ, ਸੁੱਖ ਇੱਕ ਕਲਾ ਹੈ, ਸੁੱਖ ਇੱਕ ਸਿਆਣਪ ਹੈ। ਕਹਿੰਦੇ ਗੱਲ ਨਹੀਂ ਸਮਝ ਆਈ। ਜਿਹੜਾ ਇੱਕ ਗਾਇਕ ਹੈ ਨਾ, ਗਾਇਕ ਗਾਉਣ ਵਾਲਾ, ਭਾਵੇਂ ਕਿਸੇ ਰੂਪ 'ਚ ਹੋਏ, ਭਾਵੇਂ ਉਹ ਗੁਰੂ ਦਾ ਕੀਰਤਨੀਆ ਹੋਏ, ਗਾਉਂਦਾ ਹੈ ਸਿਫਤ ਸਲਾਹ,
ਜਿੰਨੇ ਸੁਰ ਦੇ ਵਿੱਚ, ਜਿਸ ਸੁਰ ਦੇ ਵਿੱਚ ਉਹ ਦਿੱਲੀ ਰਜੌਰੀ ਗਾਰਡਨ ਦੇ ਗੁਰਦੁਆਰੇ 'ਚ ਗਾ ਸਕਦਾ ਹੈ, ਜੇ ਉਹ ਆਸਟ੍ਰੇਲੀਆ ਚਲਾ ਜਾਏ, ਅਮਰੀਕਾ, UK ਚਲਾ ਜਾਏ, ਉਸੀ ਸੁਰ ਤੇ ਉਸੀ ਰਾਗ ਦੇ ਵਿੱਚ ਉੱਥੇ ਗਾਏਗਾ। ਉਹਦਾ ਫਰਕ ਨਹੀਂ ਪਿਆ ਉਹਦਾ। ਜੇ ਕਿਸੇ ਨੂੰ ਕੋਈ ਸਾਜ਼ ਵਜਾਉਣਾ ਆਉਂਦਾ ਹੈ, ਉਹ ਸਾਜ਼ ਆਪਣੇ ਘਰ ਵਿੱਚ ਵੀ ਇਉਂ ਵਜਾਏਗਾ, ਬਾਹਰ ਪ੍ਰਦਰਸ਼ਨੀ ਕਰੇਗਾ, ਇਉਂ ਵਜਾਏਗਾ, ਧਰਤੀ ਦੇ ਜਿੱਥੇ ਮਰਜ਼ੀ ਖਿੱਤੇ ਵਿੱਚ ਹੋਏ ਉਹ ਇਉਂ ਵਜਾਏਗਾ। ਇੱਥੋਂ ਤੱਕ ਵੀ ਜੇ ਉਹ ਆਸ-ਪਾਸ ਚੁਗਿਰਦੇ ਦੇ ਬਹੁਤ ਜ਼ਿਆਦਾ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੋਟਵਾਲੀ ਦੇ ਵਿੱਚ ਵੀ ਹੋਏ, ਤਾਂ ਵੀ ਉਹ ਸਾਜ਼ ਵਜਾਉਣਾ ਨਹੀਂ ਭੁੱਲੇਗਾ। ਉਹ ਕਲਾ ਉਹਦੇ ਅੰਦਰ ਹੈ। ਮਹਾਰਾਜ ਕਹਿੰਦੇ ਸੁਖ ਇੱਕ ਕਲਾ ਹੈ। ਜੇ ਉਸ ਕਲਾ ਨੂੰ ਸਮਝ ਲਿਆ ਤੇ ਉਹ ਘਰ ਦੇ ਵਿੱਚ ਵੀ ਹੈ ਤੇ ਘਰ ਤੋਂ ਬਾਹਰ ਵੀ ਹੈ, ਉਹ ਵਿਸਰੇਗੀ ਨਹੀਂ। ਜੋ ਇੱਥੇ ਵੀ ਹੈ ਤੇ 7 ਸਮੁੰਦਰ ਪਾਰ ਵੀ ਹੈ। ਜਿਸ ਤਰ੍ਹਾਂ ਇੱਕ ਗਾਇਕ ਦੀ ਕਲਾ, ਇੱਕ ਵਜੰਤਰੀ ਦੀ ਕਲਾ, ਇੱਕ ਪੇਂਟਰ ਦੀ ਕਲਾ, ਇੱਕ ਹਸਾਉਣ ਵਾਲੇ ਦੀ ਕਲਾ, ਉਹਨੂੰ ਜਿੱਥੇ ਮਰਜ਼ੀ ਲੈ ਜਾਓ, ਉਹਨੇ ਆਪਣੇ ਕਲਾ ਦੀ ਪ੍ਰਦਰਸ਼ਨੀ ਕਰ ਦੇਣੀ ਹੈ। ਗੁਰੂ ਸਾਹਿਬ ਕਹਿੰਦੇ ਸੁਖ ਤੇਰੀ ਕਲਾ ਹੈ। ਇਹ ਤੈਨੂੰ ਸਵਾਰਨ ਦੀ ਆਰਟ। ਆਰਟ ਕੀ ਹੁੰਦਾ ਹੈ? ਕਿਸੇ ਚੀਜ਼ ਨੂੰ ਸਵਾਰਿਆ ਜਾਏ। ਫਿਰ ਸੱਚੀ ਮੁੱਚੀ ਜੇ ਇਹ ਕਲਾ ਸਿੱਖ ਲਈ ਗੁਰੂ ਕੋਲੋਂ, ਫਿਰ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਫਿਰ ਸੁਖ ਕਿਸੇ ਚੀਜ਼ ਦੀ ਮੁਹਤਾਜਗੀ ਨਹੀਂ ਰੱਖੇਗਾ। ਫਿਰ ਸੁਖ ਮੁਹਤਾਜਗੀ ਨਹੀਂ ਰੱਖੇਗਾ। ਇਹ ਹੋਏਗਾ ਤੇ ਮੈਂ ਗਾਊਂਗਾ, ਨਹੀਂ, ਗਾਣਾ ਹੈ ਤੇ ਗਾਵਾਂਗਾ ਮੈਂ। ਫਿਰ ਮੁਹਤਾਜਗੀ ਨਹੀਂ। ਇਹ ਹੋਏਗਾ ਤੇ ਮੈਂ ਸੁਖੀਆਂ, ਨਹੀਂ, ਜੇ ਇਹ ਨਹੀਂ ਵੀ ਹੈ ਤਾਂ ਵੀ ਮੇਰੇ ਕੋਲ ਗੁਰੂ ਦੀ ਦਿੱਤੀ ਹੋਈ ਕਲਾ ਹੈ। ਉਹ ਕਲਾ ਹੈ ਸਰਬ ਸੁਖਾਂ ਕੇ ਦਾਤੇ ਸਤਿਗੁਰ। ਇਹ ਹੈ, ਇਹਨੂੰ ਕਲਾ ਕਿਹਾ ਸਤਿਗੁਰ ਜੀ ਨੇ, ਜਿਹਦੇ ਨਾਲ ਇੱਕ ਦਿਨ ਸਵਾਰ ਕੇ ਚੁੱਪ ਨਹੀਂ ਹੋ ਜਾਣਾ। ਵਜੰਤਰੀ ਜੇ ਗਾਣਾ ਛੱਡ ਦੇ, ਵਜਾਉਣਾ ਛੱਡ ਦੇ, ਗਾਇਕ ਜੇ ਗਾਣਾ ਛੱਡ ਦੇ, ਘੋੜਾ ਜੇ ਭੱਜਣਾ ਛੱਡ ਦੇ, ਖੜਾ ਘੋੜਾ 6 ਮਹੀਨਿਆਂ ਬਾਅਦ ਤਿਲਕ ਕੇ ਡਿੱਗ ਸਕਦਾ ਜੇ ਭੱਜਣ ਲੱਗੇ। ਜੇ 6 ਮਹੀਨੇ ਸਾਲ ਗਾਇਕ ਗਾਉਣਾ ਨਾ ਗਾਏ ਤੇ ਉਹ ਸੁਰ ਤੋਂ ਬੇਸੁਰਾ ਹੋ ਸਕਦਾ ਹੈ। ਵਜੰਤਰੀ ਸਾਜ਼ ਵਜਾਉਣ ਵਾਲਾ 6 ਮਹੀਨੇ, ਸਾਲ, 2 ਸਾਲ ਬਾਅਦ ਸਾਜ਼ ਨੂੰ ਹੱਥ ਲਾਏਗਾ ਤੇ ਉਸ ਸਾਜ਼ ਵਿੱਚੋਂ ਉਹ ਮਿਠਾਸ ਨਹੀਂ ਨਿਕਲਣੀ। ਇਹਦਾ ਮਤਲਬ ਰੋਜ਼ ਦੀ ਰਿਆਜ਼ ਹੈ, ਰੋਜ਼ ਦੀ ਰਿਆਜ਼ਤ ਹੈ, ਰੋਜ਼ ਕਮਾਉਣਾ ਹੈ। ਘੋੜੇ ਨੇ ਰੋਜ਼ ਭੱਜਣਾ ਹੈ ਤਾਂ ਕਿ ਉਹ ਤਿਲਕੇ ਨਾ। ਗੁਰੂ ਕੇ ਸਿੱਖਾ, ਤੂੰ ਸੁੱਖ ਕਮਾਉਣ ਦੀ ਕਲਾ ਰੋਜ਼ ਗੁਰੂ ਪਾਸੋਂ ਸਿੱਖਣੀ ਹੈ, ਤਾਂ ਕਿ ਇਹਨਾਂ ਦੁੱਖਾਂ ਦੇ ਆ ਜਿਹੜੇ ਛੱਪੜ ਨੇ ਨਾ, ਥੋੜੇ ਥੋੜੇ, ਕਦੀ ਕਿੱਥੇ ਦੁੱਖ ਹੈ, ਕਦੀ ਕਿੱਥੇ ਦੁੱਖ ਹੈ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀਏ ਨੇ। ਦੁਨੀਆ ਦੇ ਲੋਕ ਤਿਲਕ ਕੇ ਡੁੱਬ ਜਾਂਦੇ ਨੇ ਕਿਉਂਕਿ ਰੋਜ਼ ਉਹਨਾਂ ਕੋਲ ਕਲਾ ਨਹੀਂ ਹੈ। ਇਸ ਕਰਕੇ ਇੱਕ ਦਿਨ ਬਾਣੀ ਪੜ੍ਹ ਕੇ ਖਹਿੜਾ ਨਹੀਂ ਛੁੱਟਿਆ ਗੁਰੂ ਦਾ ਕਿ ਅੱਜ ਪੜ੍ਹ ਲਿਆ, ਚਲੋ ਛੱਡੋ ਬਾਬੇ ਨੂੰ ਵੀ, ਬਾਬਾ ਵੀ ਕਿੱਥੇ ਆਰਾਮ ਕਰ ਲੇ। ਇਹ ਵੀ ਆਮ ਕਰਕੇ ਸਿਆਣੇ ਕਹਿੰਦੇ, ਲੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਗੁਰੂ ਜੱਪੀ ਜਾਂਦੇ ਹੋ, ਬਾਬੇ ਨੂੰ ਤੇ ਤੁਸੀਂ ਰੱਬ ਨੂੰ ਆਪਣੇ ਮੰਜੇ ਦੇ ਪਾਏ ਨਾਲ ਬਣਿਆ, ਉਹਨੂੰ ਵੀ ਆਰਾਮ ਕਰ ਲੈਣ ਦਿਓ। ਨਹੀਂ, ਉਹ ਕੋਈ ਗੁਰੂ ਵਾਸਤੇ ਨਹੀਂ ਹੈ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਸੁਖ ਹਾਸਲ ਕਰਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਕਿ ਗੁਰੂ ਸੌਂ ਗਏ ਹੈ। ਅਸੀਂ ਇਹ ਕਹਿੰਦੇ ਸਾਡੇ ਆਰਾਮ ਦਾ ਸਮਾਂ ਸਤਿਗੁਰੂ ਜੀ ਨੂੰ ਇਸ ਲਈ ਸੁਖ ਹਾਸਲ ਕਰਤਾ ਹੈ। ਤੇ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਸਾਡੀ ਜਿਹੜੀ ਦਿਨ ਦੀ ਬਿਰਤੀ ਹੈ ਉਹ ਤੁਹਾਡੇ ਭਾਣੇ 'ਚ ਬਤੀਤ ਹੋਈ ਹੈ, ਸਾਡੀ ਰਾਤ ਵੀ ਭਾਣੇ 'ਚ ਬਤੀਤ ਹੋਈ। ਇਹ ਨਹੀਂ ਕਿ ਗੁਰੂ ਸੌਂ ਗਿਆ ਕਿ ਗੁਰੂ ਸਾਹਿਬ ਨੂੰ ਹੁਣ ਸੌਂ। ਗੁਰੂ ਸਦ ਜਾਗਤ ਹੈ, ਗੁਰੂ ਕਦੀ ਨਹੀਂ ਸੌਂਦਾ। ਗੁਰੂ ਜਨਮ ਮਰਨ ਤੋਂ ਬਾਹਰ ਇਹ ਸ਼ਬਦ, ਇਸ ਸ਼ਬਦ ਨੂੰ ਗੁਰੂ ਕਹਿ ਰਹੇ ਦਾਸ। ਜਿਸ ਸ਼ਬਦ ਦੀ ਗੱਲ ਗੁਰੂ ਅਰਜਨ ਸਾਹਿਬ ਜੀ ਕਰਦੇ ਹੈ, ਜੇ ਉਹ ਹਿਰਦੇ ਵਿੱਚ ਵਸ ਜਾਏ ਨਾ, ਫਿਰ ਯਾਦ ਰੱਖਿਓ, ਨਾ ਉਹ ਬੂੜਾ ਨਾ ਉਹ ਬਾਲਾ, ਨਾ ਸ਼ਬਦ ਬੁੱਢਾ ਵਾਲਾ ਹੁੰਦਾ ਹੈ। ਤੇ ਜਿਹੜਾ ਇਸ ਸ਼ਬਦ ਦੀ ਕਲਾ ਨੂੰ, ਕਲਾ ਹੀ ਤੇ ਸਿਖਾ ਰਿਹਾ ਮਹਾਰਾਜ ਜੀ। ਆ ਦੇਖੋ, ਪੰਚ ਸ਼ਬਦ ਤੇ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਅਗਲਾ ਲਫ਼ਜ਼ ਪੜਾਓ, ਕਲਾ ਜਿੱਤ ਕਰ ਧਾਰੀਆ। ਗੁਰੂ ਸਾਹਿਬ ਕਹਿੰਦੇ ਮੈਂ ਤੁਹਾਨੂੰ ਕਲਾ ਸਿਖਾ ਰਿਹਾ। ਬੰਦਗੀ ਇੱਕ ਕਲਾ ਹੈ। ਰੋਜ਼ ਆਪਣੇ ਆਪ ਨੂੰ ਸਵਾਰਨਾ, ਰੋਜ਼ ਆਪਣੇ ਆਪ ਨੂੰ ਅੰਦਰੋਂ ਘੜਨਾ। ਸ਼ਬਦ ਤੇ ਨਾਮ ਦਾ ਹਥੌੜਾ ਲੈ ਕੇ ਸ਼ਬਦ ਦੀ ਛੈਣੀ ਦੇ ਨਾਲ ਘੜੀ ਜਾਓ। ਗੁਰੂ ਨਾਨਕ ਸਾਹਿਬ ਦਾ ਰੋਜ਼ ਸ਼ਬਦ ਅਸੀਂ ਪੜ੍ਹ ਕੇ ਘੜਨ ਦੀ ਬਿਰਤੀ ਸਿੱਖ ਰਹੇ ਹਾਂ।
ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਹਥਿਆਰ। ਆ ਵੇਦ ਹਥਿਆਰ ਹੈ। ਭਉ ਖਲਾ ਅਗਨ ਤਪਤਾਓ, ਇਹਦੀ ਬੰਦਗੀ ਦੀ ਕਲਾ ਤਪ, ਇਹਨੂੰ ਤਪਾਣਾ ਹੈ। ਇਹ ਸ਼ਬਦ ਹੈ, ਇਹ ਗੁਰੂ ਦਾ ਚਰਨ ਹੈ। ਭਉ ਖਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਸਾਰੇ ਜਪੋ ਘੜੀਐ ਸ਼ਬਦ ਸੱਚੀ ਟਕਸਾਲ। ਇਹ ਰੋਜ਼ ਦੀ ਢਾਲਣ ਦੀ ਕਲਾ ਹੈ। ਜੇ ਇੱਕ ਦਿਨ ਨਹੀਂ ਢਲਿਆ ਨਾ, ਫਿਰ ਇਹਦੇ ਉੱਤੇ, ਇਹਦੇ ਇਸ ਮਨ ਦੇ ਉੱਤੇ ਵਿਕਾਰਾਂ ਦੀ ਉੱਲੀ ਚੜ ਜਾਏਗੀ, ਵਿਕਾਰਾਂ ਦੀ ਮੈਲ ਚੜ ਜਾਏ। ਇਹਨੂੰ ਨਿਤਾ ਨਿਤ ਢਾਲਣਾ ਹੈ। ਨਿਤਾ ਨਿਤ ਘਰ ਦੀ ਸਫਾਈ ਨਿਤ ਹੁੰਦੀ ਹੈ। ਬੁੱਕਰ ਰੋਜ਼ ਮਾਰੀ ਜਾ ਰਿਹਾ, ਝਾੜੂ ਪੋਚਾ ਡਸਟਿੰਗ ਰੋਜ਼ ਕਿਉਂ ਹੋ ਰਹੀ ਹੈ? ਭਾਵੇਂ ਪਰਦੇ ਬੰਦ ਕਰ ਦਿਓ, ਭਾਵੇਂ ਦਰਵਾਜ਼ੇ ਬੰਦ ਕਰ ਦਿਓ, ਭਾਵੇਂ ਪਲਾਸਟਿਕਾਂ ਦੀ ਸ਼ੀਟਾਂ ਚੜਾ ਦਿਓ, ਮਿੱਟੀ ਨੇ ਫਿਰ ਵੀ ਘਰ ਦੇ ਅੰਦਰ ਆਉਣਾ ਹੀ ਆਉਣਾ ਹੈ। ਸਤਿਗੁਰੂ ਜੀ ਕਹਿੰਦੇ ਭਾਵੇਂ ਭੋਰਿਆਂ ਦੇ ਅੰਦਰ ਇਸ ਤਨ ਨੂੰ ਬਿਠਾ ਦਿਓ, ਅੱਖਾਂ ਬੰਦ ਕਰ ਲਓ, ਪਰ ਵਿਕਾਰ ਐਸੇ ਨੇ। ਘਰ ਦੇ ਵਿੱਚ ਤੇ ਇੱਕ ਜਾਂ ਦੋ ਦਰਵਾਜ਼ੇ ਹੁੰਦੇ ਆ ਆਉਣ ਜਾਣ ਦੇ, ਇਸ ਘਰ ਦੇ ਅੰਦਰ 9 ਦਰਵਾਜ਼ੇ ਨੇ। ਕਿੱਥੋਂ ਕਿੱਥੋਂ ਵਿਕਾਰਾਂ ਨੂੰ ਰੋਕੋਗੇ? ਜੇ ਘਰ ਦੀ ਸਫਾਈ ਨਿਤ ਜ਼ਰੂਰੀ ਹੈ, ਫਿਰ ਇਸ ਘਰ ਦੀ ਸਫਾਈ ਦੇ ਲਈ ਕਿਉਂ ਆਲਸ? ਕਿਉਂ ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਭੌਰ ਪਿਆ ਬਹੁਰ ਪਛਤਾਨੀ। ਰੋਜ਼ ਦਾ, ਰੋਜ਼ ਦਾ ਤਾਂ ਇਹ ਕਲਾ ਹੈ। ਐਹਨਿਸ ਕਿਹਾ ਗੁਰਬਾਣੀ ਦੇ ਵਿੱਚ, ਅਨਦਿਨ ਆਖਿਆ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ। ਹੁਣ ਦਿਨ ਰਾਤ ਵੀ ਪਿੱਛੇ ਰਹਿ ਗਈ, ਹੁਣ ਸਤਿਗੁਰੂ ਜੀ ਨੇ ਨਿਤ ਹੀ ਕਹਿਤਾ। ਹੁਣ ਗੱਲ ਨਿਤ ਦੀ ਵੀ ਨਹੀਂ ਰਹੀ। ਨਿਤ ਪਤਾ ਕਿਹਨੂੰ ਕਹਿੰਦੇ ਆ? ਜਦ ਚੇਤਾ ਆਏ ਉਹਨੂੰ ਨਿਤ ਕਹਿੰਦੇ। ਨਿਤ ਆ ਗਿਆ ਚਿੱਤ, ਚਲੋ ਹੁਣ ਸਤਿਗੁਰੂ ਜੀ ਕਹਿੰਦੇ ਤੂੰ ਨਿਤ ਵੀ ਛੱਡ, ਮੈਂ ਇਸ ਤੋਂ ਹੋਰ ਸੂਖਸ਼ਮ ਦਮ ਦਮ ਸਦਾ। ਹੁਣ ਤੇ ਦਮ ਦੀ ਗੱਲ ਆ ਗਈ, ਪਰ ਕਹਿੰਦੇ ਦਮ ਵੀ ਛੱਡ ਤੂੰ। ਦਮ ਤੋਂ ਵੀ ਜੇ ਕੁਛ ਸੂਖਸ਼ਮ ਹੈ, ਮੈਂ ਉਹਦੀ ਗੱਲ, ਕਿਉਂਕਿ ਦਮ ਇਹ ਬੜਾ ਕੁਛ ਆਇਆ ਦਮ ਬਾਰੇ। ਇੱਕ ਤੇ ਇਹ ਪੜ੍ਹਦੇ ਹਾਂ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਇੱਕ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ। ਇਹਦਾ ਮਤਲਬ ਦਮ ਲੈ ਕੇ ਜੇ ਰੋਕ ਵੀ ਲਿਆ ਨਾ, ਘਟ ਦੇ ਅੰਦਰ ਦਮ ਹੈ ਨਾ, ਤੇ ਜੇ ਘਟ ਦੇ ਅੰਦਰ ਦਮ ਹੈ, ਸਾਹ ਹੈ, ਰੋਕ ਲਿਆ, ਉਹ ਵੀ ਪ੍ਰਭੂ ਦੀ ਇਬਾਦਤ ਵਿੱਚ ਹੋਏ। ਜਿਚਰ ਘਟ ਮੈਂ, ਘਟ ਦੇ ਅੰਦਰ, ਕਿਉਂਕਿ ਸਵਾਸ ਰੋਕ ਲਿਆ ਜੇ ਖਿੱਚ ਕੇ, ਤੇ ਘਟ ਦੇ ਅੰਦਰ ਦਮ ਹੈ, ਉਹ ਦਮ ਵੀ ਬਿਰਥਾ ਨਾ ਜਾਏ। ਜਿੱਥੇ ਸਵਾਸ ਲੈਣ ਵਾਲਾ ਸਮਾਂ ਹੈ, ਭਾਵ ਸਵਾਸ ਲਿਆ, ਸਵਾਸ ਲੈਣ ਔਰ ਛੱਡਣ ਦੇ ਵਿਚਕਾਰ ਜਿਹੜਾ ਸਮਾਂ ਹੈ ਨਾ ਸੂਖਸ਼ਮ, ਉਹ ਵੀ ਪ੍ਰਭੂ ਦੀ ਇਬਾਦਤ ਤੋਂ। ਇੱਥੋਂ ਵੀ ਸਤਿਗੁਰ ਕਹਿੰਦੇ ਇਹ ਵੀ ਨਹੀਂ ਜੇ, ਆਓ ਇਸ ਤੋਂ ਸੂਖਸ਼ਮ ਲੈ ਕੇ ਚਲੀਏ। ਵਿਸਵੇ ਚਸੀਆਂ ਘੜੀਆਂ ਪਹਿਰਾਂ। ਵਿਸਾ ਕਹਿੰਦੇ ਹੈ ਅੱਖ ਦਾ ਝਪਕਣਾ, ਇਹਨੂੰ ਵਿਸਾ ਕਹਿੰਦੇ ਹੈ। ਕਿ ਸਾਡੀ ਪਲਕ ਦਾ ਝਪਕਣਾ, ਇਹਦਾ 10ਵਾਂ ਹਿੱਸਾ। ਇੱਕ ਵਾਰੀ ਪਲਕ ਦਾ ਝਪਕਣਾ ਵਿਸਾ ਨਹੀਂ ਹੁੰਦਾ, ਪਲਕ ਦੇ ਝਪਕਣ ਦਾ 10ਵਾਂ ਹਿੱਸਾ ਸਤਿਗੁਰੂ ਜੀ ਇਹਨੂੰ ਵਿਸਾ ਕਹਿੰਦੇ ਆ। ਕਿ ਇਹ ਖੇਡ ਇੰਨੀ ਬਾਰੀਕ ਹੈ, ਵਾਟ ਹਮਾਰੀ ਖਰੀ ਉਡੀਨੀ, ਖਨਿਓ ਤਿੱਖੀ ਬਹੁਤ ਪੀਨੀ, ਉਸ ਉੱਪਰ ਹੈ ਮਾਰਗ ਮੇਰਾ। ਕਬੀਰ ਸਾਹਿਬ ਦੀ ਮਾਂ ਨਾਲ ਲੜਾਈ ਕੀ ਸੀ? ਮਾਂ ਨਾਲ ਇਹੀ ਲੜਾਈ ਸੀ ਕਿ ਤੂੰ ਖੱਦੀ ਚਲਾ ਰਿਹਾ, ਇਹਨੂੰ ਚੜਾ ਲੈ, ਪੂਰਾ ਕਰ ਲੈ ਕਾਰਜ। ਕਹਿੰਦੇ ਨਹੀਂ, ਹੁਣੇ ਨਹੀਂ। ਜੇ ਮੈਂ ਇੱਥੋਂ ਹੱਥ ਇੱਥੋਂ ਲੈ ਕੇ ਜਾਣਾ, ਧਾਗਾ ਨਿਕਲ ਜਾਂਦਾ, ਫਿਰ ਧਾਗੇ ਨੂੰ ਲੈ ਕੇ ਪਾਣ ਦਾ, ਕਿਉਂਕਿ ਧਾਗੇ ਨੂੰ ਮੂੰਹ ਦੇ ਵਿੱਚ ਪਾ ਕੇ ਖੱਦੀ ਵਿੱਚ ਪਾਇਆ ਜਾਂਦਾ। ਕਹਿੰਦੇ ਜਿੰਨੇ ਚਿਰ ਨੂੰ ਧਾਗੇ ਨੂੰ ਲੈ ਕੇ ਮੈਂ ਮੂੰਹ 'ਚ ਪਾ ਕੇ ਖੱਦੀ 'ਚ ਪਾਣਾ ਹੁੰਦਾ ਨਾ, ਕਹਿੰਦਾ ਉਨਾ ਚਿਰ, ਕਹਿੰਦਾ ਮੇਰੇ ਮੂੰਹ ਤੋਂ ਰਾਮ ਨਾਮ ਵਿਸਰ ਜਾਂਦਾ। ਮੱਥੇ ਤੇ ਹੱਥ ਮਾਰ ਦਿਆ, ਮੁਸ ਮੁਸ ਰੋਏ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਏ ਰਗਰਾਏ, ਤਨਨਾ ਬੁਨਨਾ। ਇੱਥੇ ਇਹ ਲੜਾਈ ਹੈ ਕਿ ਕਰ ਲੈ, ਤਨ ਲੈ, ਬੁਨ ਲੈ, ਘਰ ਦੀ ਰੋਟੀ ਚਲੇਗੀ। ਆਪਣੇ ਬੱਚਿਆਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਕਬੀਰ ਸਾਹਿਬ ਦੇ, ਉਹਨੂੰ ਵਾਸਤਾ ਦਿੰਦੀ ਹੈ ਦਾਦੀ। ਕਹਿੰਦੇ ਸਾਡਾ ਨਹੀਂ, ਆਪਣਾ ਨਹੀਂ, ਤੇ ਇਹਨਾਂ ਦਾ ਸੋਚ ਲੈ। ਪਰ ਕਬੀਰ ਸਾਹਿਬ ਕਹਿੰਦੇ ਆ, ਮਾਂ ਤੂੰ ਫਿਕਰ ਨਾ ਕਰ। ਅੱਜ ਤੁਹਾਨੂੰ ਲੱਗਦਾ ਕਿ ਗਰੀਬੀ ਹੈ, ਰਹਿੰਦੀ ਦੁਨੀਆ ਤੱਕ ਕਬੀਰ ਦਾ ਨਾਮ ਲੈ ਲੈ ਕੇ ਲੋਕੀ ਕਰੋੜਾਂਪਤੀ ਬਣਨਗੇ। ਬੜੀ ਕਮਾਲ ਦੀ ਗੱਲ ਕੀਤੀ।
ਕਹਿੰਦੇ ਤੇਰੇ ਪੁੱਤਰ ਦਾ ਨਾਮ ਲੈ ਲੈ ਕੇ ਲੋਕੀ ਆਪਣੇ ਘਰ ਭਰਨਗੇ, ਲੋਕਾਂ ਦੇ ਘਰ ਖਜ਼ਾਨੇ ਭਰੇ ਜਾਣਗੇ, ਜਿਹੜਾ ਤੇਰੇ ਪੁੱਤਰ ਦਾ ਨਾਮ ਲਏਗਾ ਤੂੰ ਪਰਵਾਹ ਨਾ ਕਰ। ਇਹ ਬੜੀ ਰਮਜ਼ੀ ਸ਼ਬਦ ਨੇ। ਇਹ ਹੈ ਸਿਦਕ, ਇਹ ਹੈ ਵਿਸ਼ਵਾਸ। ਪਰ ਇਹਦਾ ਇਹ ਮਤਲਬ ਨਹੀਂ ਕਿ ਕਬੀਰ ਸਾਹਿਬ ਨੇ ਕਿਰਤ ਛੱਡਤੀ, ਨਹੀਂ। ਪਹਿਲਾਂ ਬਨਾਰਸ ਰਹੇ ਹੈ, ਕਿਰਤ ਕਰਦੇ ਰਹੇ ਹੈ। ਕਹਿੰਦੇ ਜਿਸ ਦਿਨ ਮਗਰ ਗਏ ਹੈ, ਇੱਕ ਗੱਡੇ ਦੇ ਉੱਤੇ ਆਪਣਾ ਸਾਰਾ ਕਿਰਤ ਦਾ ਸਮਾਨ ਮਗਰ ਲੈ ਕੇ ਗਏ, ਯੂਪੀ ਦਾ ਜਿਹੜਾ ਪਿੰਡ ਹੈ। ਕਹਿੰਦੇ ਉੱਥੇ ਜਾ ਕੇ ਆਪਣੀ ਕਿਰਤਸ਼ਾਲਾ ਬਣਾਈ ਹੈ ਕਿ ਇਹ ਬੰਦਗੀ ਦਾ ਥਾਂ, ਤੇ ਇੱਥੇ ਬਹਿ ਕੇ ਕਬੀਰ ਕਿਰਤ ਕਰੇਗਾ। ਇੱਕ ਬੜੀ ਰਮਜ਼ੀ ਖੇਡ ਸੀ ਕਿ ਕਬੀਰ ਸਾਹਿਬ ਨੇ ਕਿਰਤ ਨਹੀਂ ਛੱਡੀ, ਤਾਂ ਕਿ ਦੁਨੀਆ ਦੇ ਲੋਕਾਂ ਨੂੰ ਇਹ ਵੀ ਪਤਾ ਲੱਗੇ ਕਿ ਇਹ ਬੰਦਗੀ ਕੋਈ ਮੰਗ ਖਾਣ ਵਾਲੀ ਨਹੀਂ ਹੈ। ਇਹ ਬੰਦਗੀ ਭਾਵੇਂ ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਵੈ। ਥੋੜਾ ਮਿਲ ਜਾਏ ਤਾਂ ਵੀ ਮੈਂ ਸੁਖੀ ਹਾਂ। ਤੇ ਥੋੜਾ ਕਿਹਦੇ ਲਈ? ਥੋੜਾ ਇਹਦੇ ਲਈ, ਹਮਕੋ ਚਾਵਨ ਉनको ਰੋਟੀ। ਕਬੀਰ ਦੀ ਵੋਟੀ ਕਹਿੰਦੀ ਹੈ, ਕਹਿੰਦੇ ਜਿਹੜਾ ਪੰਡਤ ਆਉਂਦਾ, ਜਿਹੜਾ ਬੰਦਗੀ ਕਰਨ ਵਾਲਾ ਸਾਧ ਆਉਂਦਾ, ਉਹਨਾਂ ਨੂੰ ਉੱਚਾ ਬਿਠਾਉਂਦਾ, ਖਾਟ ਤੇ ਬਿਠਾਉਂਦਾ, ਸਾਨੂੰ ਕਹਿੰਦਾ ਤੁਸੀਂ ਸਾਰੇ ਥੱਲੇ ਪੈ ਜਾਓ। ਹੱਦ ਹੋ ਗਈ। ਕਹਿੰਦੇ ਜਦ ਭੋਜਨ ਦੀ ਵਾਰੀ ਆਉਂਦੀ ਹੈ, ਗੋਲ ਗੋਲ ਰੋਟੀਆਂ ਪਕਾ ਕੇ ਉਹਨਾਂ ਨੂੰ ਖਿਲਾਈ ਜਾਂਦਾ, ਤੇ ਸਾਨੂੰ ਕਹਿੰਦਾ ਜਿੰਨੇ ਚਾਬਨ ਪਏ ਨੇ, ਚਾਬਨ ਕਹਿੰਦੇ ਚੌਲ ਚੂਲ ਜੇ, ਕਹਿੰਦੇ ਜਿਹੜੇ ਬੱਚੇ ਬੁੱਚੇ ਸਾਨੂੰ ਪਾ ਦਿੰਦਾ। ਇਹ ਕੀ ਗੱਲ ਹੋਈ ਕਿ ਉਹ ਜ਼ਿਆਦਾ ਪਿਆਰੇ ਹੋ ਗਏ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਹੈ, ਅਸੀਂ ਮਤਰੇਏ ਹੋ ਗਏ ਜਿਹੜੇ ਖੂਨ ਦੇ ਹੈਗੇ ਆ, ਤੂੰ ਸਾਨੂੰ ਥੱਲੇ ਪਾਤਾ। ਕਬੀਰ ਕਹਿੰਦਾ, ਕਬੀਰ ਭਗਤ ਜੀ ਦੀ ਬੜੀ ਕਮਾਲ ਦੀ ਖੇਡ ਹੈ। ਕਬੀਰ ਸਾਹਿਬ ਕਹਿੰਦੇ ਜੇ ਇਹ ਸਬਰ ਕਮਾਉਣਾ ਆ ਗਿਆ ਨਾ, ਇਹ ਸਬਰ ਕਮਾਉਣਾ, ਕਿਸੇ ਦਿਨ ਬੰਦਗੀ ਕਰਨ ਵਾਲੇ, ਬਹੁਤੀ ਬੰਦਗੀ ਕਰਨ ਵਾਲੇ ਜਿਸ ਦਿਨ ਟੁੱਟ ਗਏ, ਉਹਦੇ ਚਰਨ ਇਸ ਖਾਟ ਤੇ ਪੈ ਗਏ, ਕਹਿੰਦੇ ਫਿਰ ਤਾਂ ਜ਼ਿੰਦਗੀ ਜਿਸ ਖਾਟ ਦੇ ਵਿੱਚ ਕਬੀਰ ਪਿਆ ਨਾ, ਦੁਨੀਆ ਦੇ ਲੋਕ ਉਸ ਖਾਟ ਨੂੰ ਮੱਥਾ ਟੇਕਣਗੇ। ਕਮਾਲ ਦੀ ਗੱਲ ਹੈ, ਬੜੀ ਕਮਾਲ। ਇਸ ਗੱਲ ਨੂੰ ਸੁਣੋ। 10 ਸਾਲਾਂ ਬਾਅਦ ਬਾਬਾ ਸ਼ੇਖ ਫਰੀਦ ਜੰਗਲਾਂ ਦੇ ਵਿੱਚੋਂ ਆਏ ਨੇ ਬਾਹਰ। ਪਰ ਇਹਦਾ ਇਹ ਮਤਲਬ ਨਹੀਂ ਕਿ ਉਦਾਸ ਹੋ ਜਾਣਾ। ਸਿਰਫ ਇਸ ਸਾਖੀ ਦਾ ਭਾਵ ਇਹ ਲੈਣਾ ਕਿ ਸਿਦਕ ਕਿੰਨਾ ਹੈ, ਵਿਸ਼ਵਾਸ ਕਿੰਨਾ ਹੈ। ਸਿਦਕ, ਵਿਸ਼ਵਾਸ। ਗੁਰੂ ਦੇ ਚਰਨਾਂ 'ਚ ਜੇ ਟੇਕ ਲਾ ਲਈ ਤੇ ਹੁਣ ਵਿਸ਼ਵਾਸ ਹੈ। ਸੁਖ ਦੀ ਕਲਾ ਇਹ ਹੈ। ਦੁਨੀਆ ਕਹਿੰਦੀ ਹੈ ਮੈਂ ਦੁਖੀ ਹਾਂ, ਤੂੰ ਦੁਖੀ ਹੈ। ਕਬੀਰ ਦੀ ਮਾਂ ਕਹਿ ਰਹੀ ਹੈ ਦੁੱਖ ਹੈ। ਕਬੀਰ ਸਾਹਿਬ ਕਹਿੰਦੇ ਦੁੱਖ ਨਹੀਂ ਹੈ, ਇਹ ਸਿਰਫ ਇੱਕ ਜੀਵਨ ਦੀ ਰੋਹ ਰੀਤ ਹੈ, ਸਮਝੋ ਇਹਨੂੰ। ਇਹ ਦੁੱਖ ਨਹੀਂ ਹੈ। ਕਿਉਂ ਦੁੱਖ ਹੈ? ਮੈਨੂੰ ਤੇ ਦੁੱਖ ਨਹੀਂ, ਮੇਰੇ ਕੋਲ ਕਲਾ ਹੈ ਸੁਖ ਹੋਣ ਦੀ। 10 ਸਾਲਾਂ ਬਾਅਦ ਮਾਂ ਹੈ ਘਰ ਦੇ ਵਿੱਚ, ਭਾਬੀ ਬੈਠੀ ਵੱਡੀ। ਫਰੀਦ ਸਾਹਿਬ ਆਪਣੇ ਵਾਲਾਂ 'ਚ ਹੱਥ ਪਾਉਂਦੇ ਤੇ ਗੰਢਾਂ ਪਈਆਂ ਕੇਸਾਂ 'ਚ। ਇਹ ਡਾਕਟਰ ਗੁਲਜ਼ਾਰ ਸਿੰਘ ਕੰਗ ਦੀ ਕਿਤਾਬ ਹੈ, ਉਹਨਾਂ ਨੇ ਜ਼ਿਕਰ ਕੀਤਾ। ਗੰਢਾਂ ਪਈਆਂ ਸਿਰ 'ਚ, ਕਹਿੰਦੇ ਮਾਂ ਤੇਲ ਲਾ ਦੇ। ਮਾਂ ਕਹਿੰਦੀ ਮੈਂ ਲਾ ਦਿੰਦੀ ਹਾਂ। ਭਾਬੀ ਕਹਿੰਦੀ ਚੱਲ ਮੈਂ ਲਾ ਦਿੰਦੀ ਹਾਂ। ਫਰੀਦ ਥੱਲੇ ਬਹਿੰਦੇ ਆ, ਫਰੀਦ ਸਾਹਿਬ। ਭਾਬੀ ਉੱਚੀ ਥਾਂ ਤੇ ਬਹਿ ਕੇ ਸਿਰ ਦੇ ਵਿੱਚ ਤੇਲ ਚੋਂਦੀ ਹੈ। ਜਿਸ ਵੇਲੇ ਤੇਲ ਪਾਉਣ ਲੱਗਦੀ ਹੈ, ਬੜੀ ਦੂਰੋਂ ਢੋਲ ਦੀ ਆਵਾਜ਼ ਆਉਂਦੀ ਹੈ, ਬੜੀ ਦੂਰੋਂ। ਫਰੀਦ ਸਾਹਿਬ ਪੁੱਛਦੇ ਮਾਂ ਇਹ ਢੋਲ ਕਿੱਥੇ ਵੱਜ ਰਿਹਾ, ਇਹ ਕਿੱਥੇ ਵੱਜ ਰਿਹਾ? ਕਹਿੰਦੇ ਤੇਰੇ ਤਾਏ ਦੇ ਬੇਟੇ ਨੇ ਇੱਕ ਸ਼ਹਿਰ ਵਸਾਇਆ, ਕਹਿੰਦੇ ਉਹਦੀ ਖੁਸ਼ੀ ਦੇ ਵਿੱਚ, ਉਹਦਾ ਅੱਜ ਚੱਟ ਹੈ, ਅੱਜ ਉਸ ਸ਼ਹਿਰ ਦੇ ਵਿੱਚ ਲੋਕੀ ਆ ਕੇ ਵਸਣਗੇ, ਉਹਦੀ ਖੁਸ਼ੀ ਵਿੱਚ ਢੋਲ ਵੱਜ ਰਿਹਾ। ਉਹਦੇ ਨਾਲ ਹੀ ਮਾਂ ਦੇ ਮਨ ਦੇ ਵਿੱਚ ਇੱਕ ਖਿਆਲ ਆਉਂਦਾ ਹੈ, ਮੇਰਾ ਪੁੱਤਰ ਤੇ 10 ਸਾਲ ਨਿਖੇਧੀ ਰਹਿ ਗਿਆ। ਕਿੰਨੀ ਖੁਸ਼ੀ ਹੁੰਦੀ ਜੇ ਤੂੰ ਵੀ ਸ਼ਹਿਰ ਵਸਾਉਂਦਾ ਤੇ ਅਸੀਂ ਵੀ ਖੁਸ਼ੀ ਮਨਾਉਂਦੇ। ਦੇਖ ਉਹ ਕਿੱਥੇ ਪਹੁੰਚ ਗਿਆ। ਉਹ ਕਹਿੰਦਾ ਕਿੰਨੀ ਦੂਰ ਤੋਂ ਵੱਜ ਰਿਹਾ ਢੋਲ? ਕਹਿੰਦੇ 3 ਕੋਹ ਤੋਂ ਵੱਜ ਰਿਹਾ, 3 ਕੋਹ ਤੋਂ। ਤੇ ਫਰੀਦ ਸਾਹਿਬ ਦਾ ਉੱਤਰ ਭਾਬੀ ਨੂੰ, ਕਹਿੰਦਾ ਰੁਕ ਭਾਬੀ, ਮਾਂ ਇਹਦਾ ਢੋਲ 3 ਕੋਹ ਤੋਂ ਸੁਣ ਰਿਹਾ, ਤੂੰ ਕਹਿੰਦੀ ਆ ਤੇਰੇ ਪੁੱਤਰ ਦਾ ਵੀ ਵਜੇ ਖੁਸ਼ੀ ਦੇ ਵਿੱਚ। ਕਹਿੰਦੇ ਅਜੇ ਤੇਰੇ ਪੁੱਤਰ ਦਾ ਢੋਲ ਗੰਡੀਂਦਿਆਂ ਪਿਆ। ਕਹਿੰਦੇ ਇੱਥੇ ਕੋਈ ਦੁਨੀਆ ਦਾ ਲੋਕ, ਦੁਨੀਆ ਦਾ ਬੰਦਾ, ਸਾਜੰਤਰੀ ਤੇਰੇ ਪੁੱਤਰ ਦਾ ਢੋਲ ਨਹੀਂ ਗੰਡੀਦ ਸਕਦਾ। ਕਹਿੰਦੇ ਰੱਬ ਗੰਡੀਂਦਿਆਂ ਪਿਆ।
ਕਹਿੰਦੇ ਅਜੇ ਤੇਰੇ ਪੁੱਤਰ ਦਾ ਢੋਲ ਬਣ ਰਿਹਾ, ਉਹਦੇ ਉੱਤੇ ਚੰਮ ਚੜ ਰਿਹਾ। ਜਿਸ ਦਿਨ ਤੇਰੇ ਪੁੱਤਰ ਦਾ ਢੋਲ ਵੱਜੇਗਾ, ਮੇਰੇ ਭਰਾ ਦਾ ਤਿਨਕੋ ਦੇ ਵਿੱਚ ਆਵਾਜ਼ ਸੁਣਦੀ ਹੈ। ਕਹਿੰਦੇ ਪੂਰੇ ਆਲ ਪਤਾਲ ਦੇ ਵਿੱਚ, ਪੂਰੀ ਦਰਗਾਹ ਦੇ ਵਿੱਚ, ਪੂਰੀ ਧਰਤੀ ਦੇ ਵਿੱਚ ਤੇਰੇ ਪੁੱਤਰ ਦੇ ਢੋਲ ਦੀ ਆਵਾਜ਼ ਸੁਣੇ। ਬੜੀ ਵੱਡੀ ਇਹ ਸਿਦਕ ਹੈ, ਇਹ ਵਿਸ਼ਵਾਸ ਹੈ। ਮਾਂ ਤੂੰ ਹਿਰਦਾ ਨਾ ਢਾ। ਅੱਜ ਤੇਰੇ ਭਰਾ ਦਾ, ਅੱਜ ਮੇਰੇ ਭਰਾ ਦਾ ਢੋਲ ਤਿਨਕੋ ਤੋਂ ਸੁਣ ਰਿਹਾ, ਪਰ ਹਜੇ ਫਰੀਦ ਦਾ ਢੋਲ ਗੰਡੀਂਦਿਆ ਪਿਆ, ਬਣ ਰਿਹਾ। ਤੇ ਇਹ ਢੋਲ ਕੋਈ ਤਿਨਕੋ ਵਾਲਾ ਨਹੀਂ ਹੈ, ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਗੂੰਜਣਾ ਹੈ, ਤੇ ਇਹਨੂੰ ਗੰਡੇਂਦਿਆਂ ਵੇਲੇ ਸਮਾਂ ਲੱਗੇਗਾ। ਤੂੰ ਫਿਕਰ ਨਾ ਕਰ, ਜਿਸ ਦਿਨ ਫਰੀਦ ਦਾ ਢੋਲ ਵਜੇਗਾ, ਦੁਨੀਆ ਦੇ ਸਾਰੇ ਲੋਕ ਸੁਣਨਗੇ। ਇਹ ਲੋਕ ਪਰਲੋਕ ਦੇ ਵਿੱਚ ਵਜੇਗਾ ਢੋਲ, ਇਹ ਆਵਾਜ਼ਾਂ ਸਾਰੇ ਪਾਸੇ ਸੁਣਨਗੇ। ਇਹ ਸਿਦਕ ਹੈ, ਇਹ ਹੈ ਸੁਖ ਦੀ ਕਲਾ। ਘਰ ਦੇ ਵਿੱਚ ਖਾਣ ਨੂੰ ਦਾਣੇ ਨਹੀਂ ਹੈਗੇ, ਪਰ ਸੁਖ ਹੈ। ਪਰ ਇਹ ਸੁਖ ਕਿੱਥੋਂ ਆਇਆ? ਇਹ ਸਿਦਕ ਦਾ ਸੁਖ ਹੈ, ਇਹ ਵਿਸ਼ਵਾਸ ਦਾ ਸੁਖ ਹੈ, ਇਹ ਗੁਰੂ ਅੱਗੇ ਅਕੀਦੇ ਦਾ ਸੁਖ ਹੈ। ਸਿੱਖ ਕੋਲ ਇਹ ਸੁਖ ਦੀ ਕਲਾ ਹੋਏ। ਅੱਜ ਭਾਵੇਂ ਦੁਨੀਆ ਇਹ ਕਹਿੰਦੀ ਹੈ ਕਿ ਗਰੀਬੀ ਹੈ, ਅੱਜ ਭਾਵੇਂ ਇਹ ਕਹਿੰਦੀ ਹੈ ਕਿ ਮਾਤੜਪੁਣਾ ਹੈ, ਅੱਜ ਭਾਵੇਂ ਦੁਨੀਆ ਦੇ ਹੋਰ ਆਲ ਜੰਜਾਲ ਬਹੁਤੇ ਨੇ, ਪਰ ਸਿੱਖ ਦੇ ਵਿੱਚ ਇੰਨਾ ਸਿਦਕ ਹੋਏ ਕਿ ਮੈਂ ਜਿਸ ਗੁਰੂ ਦੇ ਚਰਨ ਫੜਨ ਜਾ ਰਿਹਾ ਨਾ, ਉਹ ਐਡਾ ਵੱਡਾ ਹੈ ਜਿਹੜਾ ਰੰਗ ਤੋਂ ਰਾਜਾ ਬਣਾ ਸਕਦਾ ਹੈ ਇੱਕ ਖਿੰਨ ਦੇ ਵਿੱਚ। ਇੱਕ ਖਿੰਨ ਦੇ ਵਿੱਚ ਬਾਦਸ਼ਾਹੀਆਂ, ਪਰ ਉਹਦੇ ਲਈ ਸਬਰ ਚਾਹੀਦਾ, ਉਹਦੇ ਲਈ ਸਬਰ ਚਾਹੀਦਾ। 3 ਕੋ ਤੱਕ ਢੋਲ ਸੁਣਨਾ ਹੈ ਤੇ ਉਹ ਬਣ ਸਕਦਾ ਹੈ ਕੁਝ ਸਾਲਾਂ ਦੇ ਵਿੱਚ, ਮਹੀਨਿਆਂ 'ਚ, ਪਰ ਜਿੰਨੇ ਸਾਰੇ ਸੰਸਾਰ ਦੇ ਵਿੱਚ ਵੱਜਣਾ, ਉਹਦੇ ਲਈ ਬੜਾ ਸਬਰ ਚਾਹੀਦਾ। ਤੇ ਉਹਨਾਂ ਨੇ ਲਿਖ ਦਿੱਤਾ, ਸਬਰ ਮੰਜ ਕਮਾਣ ਹੈ ਸਬਰ ਕਾ ਨਿਹਣੋ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਮੇਰਾ ਸੁਖ, ਕਹਿੰਦੇ ਦੁਨੀਆ ਦੇ ਲੋਕਾਂ ਦਾ ਕਮਾਨ ਜਦ ਤੁਰਦਾ ਹੈ, ਤੀਰ ਚੋਂ ਕਮਾਨ ਨਿਕਲਦਾ ਹੈ, 10 ਕੋ ਤੱਕ ਜਾ ਸਕੇਗਾ ਤੀਰ। ਕਹਿੰਦੇ ਫਰੀਦ ਦੇ ਕਮਾਨ ਵਿੱਚੋਂ ਜਦ ਤੀਰ ਨਿਕਲੇਗਾ, ਕਹਿੰਦੇ ਆਲ ਪਤਾਲ ਲੰਘ ਕੇ ਜਾਏਗਾ, ਸਾਰੀ ਸ੍ਰਿਸ਼ਟੀ, ਸਾਰੀ ਆਸਮਾਨ, ਸਾਰੇ ਬ੍ਰਹਮੰਡ ਨੂੰ ਚੀਰਦਾ ਹੋਇਆ ਜਾਏਗਾ। ਔਰ ਹੋਇਆ ਕਿੱਥੇ 1173 ਤੇ ਕਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਦਾਸੀਆਂ ਵੇਲੇ ਗਏ। 1506 ਦਾ ਸਮਾਂ ਹੈ, ਜਿਸ ਵੇਲੇ ਬਾਬਾ ਸ਼ੇਖ ਫਰੀਦ ਜੀ ਦੇ ਪਿੰਡ ਵਿੱਚ ਪਹੁੰਚੇ ਹੈ। ਸ਼ੇਖ ਇਬਰਾਹਿਮ ਬ੍ਰਹਮ, ਬਾਬਾ ਸ਼ੇਖ ਫਰੀਦ ਜੀ ਦਾ ਜਿਹੜਾ 11ਵਾਂ ਉੱਤਰਾਧਿਕਾਰੀ ਹੈ, ਉਹਨੂੰ ਮਿਲ ਰਹੇ ਨੇ, ਪਰ ਗੁਰੂ ਸਾਹਿਬ ਜਾਣਦੇ ਨੇ। ਸ਼ੇਖ ਇਬਰਾਹਿਮ ਕਹਿੰਦੇ ਕੌਣ ਹੋ ਤੁਸੀਂ? ਉਹ ਕਹਿੰਦੇ ਫਰੀਦ ਦਾ ਢੋਲ ਤਿਆਰ ਹੋ ਗਿਆ, ਬਸ ਮੈਂ ਤੈਨੂੰ ਇਹ ਸੁਨੇਹਾ ਦੇਣ ਆਇਆ, ਫਰੀਦ ਦਾ ਢੋਲ ਤਿਆਰ ਹੋ ਗਿਆ। ਕਹਿੰਦੇ ਅੱਛਾ। ਗੁਰੂ ਨਾਨਕ ਸਾਹਿਬ ਸ਼ੇਖ ਬ੍ਰਹਮ ਨੂੰ ਮਿਲ ਕੇ ਕਹਿੰਦੇ ਹੈ, ਕਹਿੰਦੇ ਜਿਸ ਢੋਲ ਦਾ ਜ਼ਿਕਰ ਫਰੀਦ ਕਰਦਾ ਸੀ ਨਾ, ਅੱਜ ਨਾਨਕ ਆਇਆ, ਇਹ ਸੁਨੇਹਾ ਲੈ ਕੇ ਆਇਆ ਕਿ ਫਰੀਦ ਦੀ ਬੰਦਗੀ ਦਾ ਢੋਲ ਤਿਆਰ ਹੋ ਗਿਆ। ਲਿਆ ਦੇ ਜੋ ਫਰੀਦ ਨੇ ਲਿਖਿਆ, ਜੋ ਇਲਹਾਮ ਆਇਆ ਕਿ ਗੁਰਮੁਖ ਖੋਜਤ ਭਏ ਉਦਾਸੀ। ਗੁਰੂ ਨਾਨਕ ਸਾਹਿਬ ਇਸ ਲਈ ਉਦਾਸੀ ਤੇ ਜਾ ਰਹੇ, ਭੋ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ ਲਿਆ ਦੇ। ਜੋ ਉਹਦੇ ਢੋਲ ਦੇ ਉੱਤੇ ਵੱਜਣੇ ਨੇ ਨਾ, ਲਿਆ ਦੇ, ਇੱਥੇ ਰੱਖ, ਸਾਰੀ ਸ੍ਰਿਸ਼ਟੀ ਵਿੱਚ ਵੱਜੇਗਾ। ਅੱਜ ਸਾਰੀ ਸ੍ਰਿਸ਼ਟੀ ਜਪਦੀ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ। ਦੇਖੋ ਕਿੰਨਾ, ਹਰ ਸ਼ਲੋਕ ਦੇ ਵਿੱਚ ਫਰੀਦ ਪੜ੍ਹਦੇ ਹਾਂ, ਕਿੰਨੀ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਨੇ। ਜਿੰਨੇ ਸ਼ਲੋਕ ਪਾਏ ਫਰੀਦ ਸਾਹਿਬ ਦੇ, ਹਰ ਸ਼ਲੋਕ ਦੇ ਵਿੱਚ ਫਰੀਦ ਹੈ, ਹਰ ਸ਼ਲੋਕ ਦੇ ਵਿੱਚ ਫਰੀਦ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਫਰੀਦ ਹੈ, ਫਰੀਦਾ ਦਿਲ ਰਤਾ ਇਸ ਦੁਨੀ ਸਿਉ, ਫਰੀਦ ਹੈ। ਕਿੰਨਾ ਫਰੀਦ ਹੈ। ਫਰੀਦਾ ਕੰਨ ਮਸੁੱਲਾ ਸੂਫ ਗਲ, ਦਿਲ ਕਾਤੀ, ਇਹ ਢੋਲ ਨਹੀਂ ਤੇ ਹੋਰ ਕੀ। ਇਹ ਸਿਦਕ ਹੈ, ਇਹ ਅੰਦਰ ਦਾ ਵਿਸ਼ਵਾਸ ਹੈ। ਭਾਵੇਂ ਤਲੀਆਂ ਕੁੰਡ ਹੈ ਕਾਗ ਹੈ, ਪਰ ਅਜੇ ਸੋ ਰੱਬ ਨਾ ਬੋੜਿਓ, ਦੇਖ ਬੰਦੇ ਕੇ, ਪਰ ਫਿਰ ਵੀ ਫਰੀਦ ਟਿਕਿਆ ਹੋਇਆ। ਰੱਬ ਵੇਖ ਲੈ, ਫਰੀਦ ਡੋਲਿਆ ਨਹੀਂ ਹੈ। ਕਬੀਰ ਸਾਹਿਬ ਵੀ ਟਿਕੇ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਟਿਕਿਆ ਹੋਇਆ। ਸਤਿਗੁਰੂ ਜੀ ਇਹੀ ਕਹਿੰਦੇ, ਕਹਿੰਦੇ ਉਨਾ ਚਿਰ ਤੱਕ ਗੁਣ ਗਾਓ ਜਿੰਨਾ ਚਿਰ ਤੱਕ ਪ੍ਰਭੂ ਪ੍ਰਸੰਨ ਨਾ ਹੋਏ।
ਗੁਣ ਗਾਵਤ ਅਤੁਲ ਸੁਖ ਪਾਇਆ। ਸੁਖ ਮਿਲ ਜਾਏਗਾ। ਸੁਖ ਤੇ ਇੱਕ ਕਲਾ ਹੈ, ਸੁਖ ਤੇ ਇੱਕ ਸੂਖਸ਼ਮ ਜੀ ਖੇਡ ਹੈ, ਇੱਕ ਗੁਰੂ ਦਾ ਪ੍ਰਸਾਦ ਹੈ ਜਿਹੜਾ ਮਿਲ ਜਾਣਾ ਬੰਦਗੀ ਦੇ ਨਾਲ। ਇਟਸ ਜਸਟ ਦ ਬਾਈ ਪ੍ਰੋਡਕਟ। ਫਰੀਦ ਸਾਹਿਬ ਕਹਿੰਦੇ ਮੈਨੂੰ ਸੁਖ ਦੁੱਖ ਦੀ ਪਰਵਾਹ ਨਹੀਂ ਰਹੀ, ਕਬੀਰ ਸਾਹਿਬ ਕਹਿੰਦੇ ਮੈਨੂੰ ਨਹੀਂ ਰਹੀ, ਕਿੱਥੇ ਗੁਰੂ ਨੂੰ ਰਹੀ। ਮੈਂ ਭਗਤਾਂ ਦੀ ਗੱਲ ਇਸ ਲਈ ਕਰ ਰਿਹਾ ਕਿਉਂਕਿ ਗੁਰੂ ਦਾ ਸਫ਼ਰ ਉੱਤੋਂ ਸ਼ੁਰੂ ਹੋ ਕੇ ਥੱਲੇ ਹੈ, ਪਰ ਭਗਤਾਂ ਦਾ ਸਫ਼ਰ ਜ਼ਮੀਨ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਦਾ। ਹਰ ਇੱਕ ਸਿੱਖ ਦਾ ਸਫ਼ਰ ਇਧਰੋਂ ਸ਼ੁਰੂ ਹੈ, ਇਧਰੋਂ ਸ਼ੁਰੂ, ਆਪਣੇ ਆਪ ਨੂੰ ਮਲੀਆ ਮੇਟ ਕਰਨ ਦਾ। ਇਹ ਹੈ ਇੱਕ ਛਿਜੈ ਬਿਆਲ ਤਾੜੀਐ ਤਾਂ ਸਾਈਂ ਦਾ ਦਰਵਾੜੀਐ। ਆਪਣੇ ਆਪ ਨੂੰ ਖਤਮ ਕਰਨਾ। ਫਰੀਦ ਸਾਹਿਬ ਕਹਿੰਦੇ ਆ ਆਹ ਜਿਹੜੀ ਘਾਹ ਵੇਖ ਰਹੇ ਹੋ ਨਾ, ਆਹ ਘਾਹ ਵੱਢ ਕੇ ਲੋਕਾਂ ਦੇ ਪੈਰਾਂ ਥੱਲੇ ਲਤਾੜੀ ਜਾਂਦੀ ਹੈ ਤੇ ਤਾਂ ਮਸੀਤਾਂ 'ਚ ਰੱਖੀ ਜਾਂਦੀ ਹੈ। ਬਸ ਫਰੀਦ ਵੀ ਇਹ ਹੈ, ਮੈਂ ਸਿਆਣਪ ਨਹੀਂ ਹੈ, ਮੇਰੇ ਅੰਦਰ ਸਿਆਣਪ ਨਹੀਂ, ਮੈਂ ਬਸ ਆਪਣੇ ਆਪ ਨੂੰ ਲਤਾੜ ਦਿੱਤਾ ਲੋਕਾਂ ਦੀ ਸਿਆਣਪ ਅੱਗੇ। ਠੀਕ ਹੈ ਮੈਂ ਕੁਛ ਨਹੀਂ, ਪਰ ਜਿਸ ਦਿਨ ਲਤਾੜ ਦਿੱਤਾ ਉਸ ਦਿਨ ਰੱਬ ਨੇ ਮੈਨੂੰ ਆਪਣੇ ਦਰ ਤੇ ਰੱਖ ਲਿਆ। ਮੈਂ ਆਪਣੀ ਹਉਮੈ ਤਿਆਗਤੀ। ਕਿੱਡਾ ਸੁੱਖ ਹੈ ਇਹਦੇ ਵਿੱਚ। ਹਰ ਸਿੱਖ ਕੋਲ ਸੁੱਖ ਦੀ ਕਲਾ ਹੋਏ। ਭਾਵੇਂ ਸਿੱਖ ਕੱਲਾ ਬੈਠਾ, ਭਾਵੇਂ ਗਾਇਕ ਕੱਲਾ ਬੈਠਾ ਤਾਂ ਵੀ ਉਹ ਗਾਇਕ ਹੈ, ਤੇ ਭਾਵੇਂ ਲੋਕਾਂ ਦੀ ਭੀੜ 'ਚ ਬੈਠਾ ਤਾਂ ਵੀ ਉਹ ਗਾਇਕ ਹੈ। ਸਿੱਖ ਕੱਲਾ ਬੈਠਾ ਤਾਂ ਵੀ ਸੁਖੀ ਹੈ, ਤੇ ਭਾਵੇਂ ਚੌਗਿਰਦੇ ਬਾਜ਼ਾਰਾਂ ਦੇ ਵਿੱਚ ਉਹ ਤੁਰਦਾ ਫਿਰਦਾ, ਭਾਵੇਂ ਲੋਗਨ ਸਿਓ ਮੇਰਾ ਠਾਠਾ ਬਾਗਾ, ਉਹ ਤਾਂ ਵੀ ਸੁਖੀ ਹੈ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਇੱਥੋਂ ਤੱਕ ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾ ਐਸੇ ਬੁਝੀਆ। ਇਹ ਹੈ ਕਲਾ। ਕਲਾ ਹੈ ਸੁਖ, ਸੁਖੀ ਹੋਣਾ ਇੱਕ ਰਮਜ਼ ਹੈ। ਰਾਖਾ ਏਕ ਹਮਾਰਾ ਸੁਆਮੀ, ਉਹਦੇ ਉੱਤੇ ਇੰਨਾ ਸਿਦਕ ਹੈ, ਉਹ ਸਿਦਕ ਨਹੀਂ ਡੋਲ ਸਕਦਾ ਕੋਈ। ਇਸ ਕਰਕੇ ਮੈਂ ਸੁਖੀ ਹਾਂ ਕਿਉਂਕਿ ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ ਅੰਤਰਜਾਮੀ। ਇੱਥੋਂ ਤੱਕ ਵੀ ਨਹੀਂ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਤਹਾਂ ਪ੍ਰਭ ਤੂੰ ਵਰਤੰਤਾ। ਇੰਨੀ ਰਮਜ਼ ਹੈ। ਗੁਰੂ ਸਾਹਿਬ ਨੇ ਕੋਈ ਪੱਖ ਛੱਡਿਆ ਹੋਏ ਸੁਖੀ ਰਹਿਣ ਦਾ ਤੇ ਦੱਸ ਦਿਓ। ਬਹਿਣ ਲੱਗਿਆਂ ਵੀ ਸੁੱਖ, ਖੜੇ ਹੋਇਆਂ ਵੀ ਸੁੱਖ, ਘਰ ਦੇ ਅੰਦਰ ਵੀ ਸੁੱਖ, ਘਰ ਦੇ ਬਾਹਰ ਵੀ ਸੁੱਖ, ਪੈਣ ਲੱਗਿਆਂ ਵੀ ਸੁੱਖ ਤੇ ਜਾਗਣ ਲੱਗਿਆਂ ਵੀ ਸੁੱਖ। ਇਹ ਕਲਾ ਹੈ ਸਿੱਖ ਕੋਲ। ਦਿਨ ਦੀ ਹਰ ਇੱਕ ਚਿਰਿਆ ਦੇ ਵਿੱਚ ਦੁੱਖ ਦੀਆਂ ਹਨੇਰੀਆਂ ਵਹਿੰਦੀਆਂ ਤੁਰਨਗੀਆਂ ਜੀ। ਸੌਣ ਲੱਗੇ ਵੱਖਰੇ ਦੁੱਖ, ਜਾਗੋਗੇ ਤੇ ਵੱਖਰੇ ਦੁੱਖ। ਪਰ ਸਤਿਗੁਰੂ ਜੀ ਕਹਿੰਦੇ ਸੌਂਦੇ ਵਾਹ ਵਾਹ ਉਚਰੈ, ਉੱਠਦੇ ਵੀ ਵਾਹ ਕਰੇ। ਇਹ ਕਲਾ ਹੈ ਸਿੱਖ ਕੋਲ। ਇਹ ਕਲਾ ਹੈ ਜਿਹਦੇ ਕੋਲ ਹੈ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬੌਰ ਕਛੂ ਨਾ ਵਿਚਾਰੇ। ਜਿਹਦੇ ਕੋਲ ਇਹ ਕਲਾ ਆ ਗਈ ਨਾ, ਸਿਦਕ ਹੈ, ਵਿਸ਼ਵਾਸ ਹੈ, ਤੇਰੀ ਭਗਤ ਨਾ ਛੋੜੂ ਭਾਵੇਂ ਲੋਕ ਹੱਸੈ। ਮੈਂ ਨਹੀਂ ਛੱਡਣਾ। ਹਮ ਤਨ ਦਿਓ ਹੈ ਢਾਰ, ਹੁਣ ਨਹੀਂ ਛੱਡਣਾ। ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਹੋ ਰਹਿ ਨਾ ਸਕਾਂ ਬਿਨ ਦੇਖੇ, ਹੁਣ ਨਹੀਂ ਛੱਡਣਾ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ। ਹੁਣ ਨਹੀਂ ਛੱਡਣਾ। ਇੱਕ ਦਿਨਸ, ਇੱਕ ਦਿਨ ਵੀ ਨਹੀਂ ਛੱਡਣਾ, ਇੱਕ ਦਿਨ ਵੀ ਨਹੀਂ ਛੱਡਣਾ। ਇੱਥੋਂ ਤੱਕ ਘੜੀ ਵੀ ਨਹੀਂ ਛੱਡਣਾ, ਪਲ ਵੀ ਨਹੀਂ ਛੱਡਣਾ। ਇੱਕ ਘੜੀ ਦਿਨਸ ਮੋਕੋ ਬਹੁਤ ਦਿਆਰੀ, ਮਨ ਨਾ ਰਹਿ ਕੈਸੇ ਮਿਲੂੰ ਪਿਆਰੀ। ਹੁਣ ਮਨ ਨਹੀਂ ਟਿਕਦਾ। ਹੁਣ ਮਨ ਆਵਾਜ਼ਾਂ ਮਾਰਦਾ, ਮੋਹਨ ਘਰ ਆਵੋ ਕਰੂੰ ਜੁਦਰੀਆ। ਹੁਣ ਮਨ ਆਵਾਜ਼ਾਂ ਮਾਰਦਾ, ਸੁਣਨਾ ਹੈ ਪ੍ਰਭੂ ਜੀਓ ਇੱਕ ਲੜੀ ਬਨਮਾਹੇ, ਕਿਉਂ ਧੀ ਰਹਿ ਗਈ ਨਾ ਬਿਨਾ ਪ੍ਰਭ ਵੇ ਪਰਵਾਹ। ਹੁਣ ਮਨ ਨਹੀਂ ਟਿਕਦਾ। ਸਭ ਸੁਹਾਗਣ ਮਾਰੈ ਲਲੀਆਂ, ਇੱਕ ਦੇਵੋ ਰਾਤ ਮਰਾ। ਸਤਿਗੁਰ ਕਹਿੰਦੇ ਇਹ ਕਲਾ ਹੈ, ਇਹ ਸ਼ਬਦ ਦੀ ਕਲਾ ਹੈ। ਇਹਨੂੰ ਕਿਹਾ ਕਲਾ ਜਿੱਤ ਕਰ ਧਾਰੀਆ। ਜਿਹਨੇ ਇਸ ਕਲਾ ਨੂੰ ਜਿੱਤ ਲਿਆ, ਉਹਦੇ ਅੰਦਰ ਗੁਰੂ ਦੇ ਆਉਣ ਦੀ ਵਾਜੇ ਵੱਜਣਗੇ। ਸੋਈ ਸੁਨੰਦੜੀ ਮੇਰਾ ਤਨ ਮਨ ਮੌਲਾ। ਗੁਰੂ ਅਮਰਦਾਸ ਸਾਹਿਬ ਇਹੀ ਕਹਿੰਦੇ, ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿੱਤ ਕਰ ਧਾਰੀਆ। ਜਿਹਨੇ ਕਲਾ ਜਿੱਤ ਲਈ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਕਾਲ ਨੂੰ ਮਾਰਨਾ ਪਏਗਾ, ਦੁੱਖ ਨੂੰ ਮਾਰਨਾ ਪਏਗਾ, ਪੰਜਾਂ ਨੂੰ ਮਾਰਨਾ ਪਏਗਾ। ਇਹ ਕਲਾ ਦੇ ਰਹੇ ਨੇ ਗੁਰੂ ਅਮਰਦਾਸ। ਬੜੀ ਕਲਾ ਦਿੱਤੀ। ਤੇ ਜਿਹਦੇ ਕੋਲ ਕਲਾ ਆ ਗਈ, ਸਤਿਗੁਰੂ ਜੀ ਕਹਿੰਦੇ ਤਿਨਕਾ ਬਹੁਰ ਕਛ ਨਾ ਵਿਚਾਰੇ, ਨਾਮ ਰਤਨ ਸੁਨ ਜਪ ਜਪ ਜੀਵਾਂ। ਮੈਨੂੰ ਇਹ ਬਖਸ਼ਿਸ਼ ਮਿਲ ਗਈ ਹੈ। ਦੁਨੀਆ ਦੇ ਲੋਕ ਦੁਖੀ ਨੇ,
ਸੁਖ ਹੋਣ ਲਈ ਨਾਟਕ ਚੇਟਕ ਬਹੁ ਰੰਗ ਮਾਣਦੇ ਨੇ, ਮਾਇਆ ਮੱਧ ਵਾਲੇ ਪਾਸੇ ਤੁਰ ਪੈਂਦੇ ਐ। ਮੇਰੇ ਕੋਲ ਭਾਵੇਂ ਸੁਖ ਹੈ ਭਾਵੇਂ ਦੁੱਖ ਹੈ, ਨਾਮ ਰਤਨ ਸੁਣ ਜਪ ਜਪ ਜੀਵਾਂ, ਹਰ ਨਾਨਕ ਕੰਠ ਮਝਾਰੇ, ਮੇਰਾ ਗੁਰੂ ਮੇਰੇ ਗਲੇ ਲੱਗਿਆ ਹੋਇਆ, ਮੇਰੇ ਕੰਠ ਵਿੱਚ ਹੈ। ਕੰਠ ਦਾ ਮਤਲਬ ਗਲਾ, ਮੇਰੇ ਇੱਥੇ ਹੈ। ਜੇ ਕੋਈ ਦੁੱਖ ਕਹੇ ਕਿ ਕਿੱਥੋਂ ਜਾ ਕੇ ਮੈਂ ਸੁੱਖ ਲੈ ਕੇ ਆਵਾਂ, ਕੋਈ ਦੂਰ ਬੈਠਾ ਜੇ ਮੈਨੂੰ ਮਿਲ ਜਾਏ ਤੇ ਮੈਂ ਸੁਖੀ ਹੋ ਜਾ, ਮੇਰਾ ਗੁਰੂ ਮੇਰੇ ਕੰਠ ਤੇ ਹੈ। ਕੰਠੇ ਮਾਲਾ ਜਿਹਵਾ ਰਾਮ, ਮੈਂ ਇੱਥੋਂ ਰਾਮ ਬੋਲਣਾ ਤੇ ਮੈਨੂੰ ਸੁੱਖ ਮਿਲਣਾ ਸ਼ੁਰੂ ਹੋ ਜਾਣਾ। ਐਡਾ ਨੇੜੇ ਹੈ। ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋਈ। ਦੁਨੀਆ ਦੇ ਲੋਕਾਂ ਦੇ ਲਈ ਮਥਾਜਗੀ ਹੈ, ਜੇ ਇਹ ਹੋਏਗਾ ਤੇ ਤਾਂ ਸੁਖੀ ਹੋਵੇਗਾ। ਸਿੱਖ ਕਹਿੰਦਾ ਮੇਰੇ ਕੰਠ ਤੇ ਬੈਠਾ, ਮੈਂ ਗੁਰੂ ਬੋਲਣਾ, ਮੈਂ ਸੁਖੀ ਹੋ ਜਾਵਾਂਗਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਗੁਰੂ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਓਏ ਮਨ ਕੀ ਰੀਆ ਆਪੇ ਕਰਤਾਰ ਸਾਰਣਾ ਅੰਗੀਕਾਰ ਹੋ ਪਰੇ ਤੇਰਾ ਕਾਜ ਸੁਖਾਨਾ ਸਤਿਗੁਰੂ ਸੋਚਿਓ ਸਾਰੇ ਕਹੈ ਨਾਨਕ ਮਨ ਮੇਰੇ ਸਦਾ ਘਰ ਤੇਰਾ ਘਰ ਤਾਂ ਤੇਰਾ ਸਭ ਸਦਾ ਸੁਖ ਸਲਾਮ ਨਾਮ ਜਿਨ ਕੈ ਮਨ ਵਸਿਆ ਘਰ ਤੇਰਾ ਸਾਚਾ